ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਸੰਗਤ। ਅੱਜ ਆਪਾਂ 48 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 45 ਤੋਂ ਸੌਰੀ, ਇੱਕ ਮਿੰਟ ਮੈਨੂੰ ਤਾਂ ਬਹੁਤ ਬਰੀਕ ਹੈ ਅੱਖਰ। ਅੱਜ 48 ਅੰਕ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਇਹ ਜਿਹੜੇ ਆਪਾਂ ਪੰਜਵੀਂ ਪਾਤਸ਼ਾਹੀ ਦੇ ਸ਼ਬਦ ਸ੍ਰੀ ਰਾਗ ਦੇ ਵਿੱਚ ਲੈ ਰਹੇ ਹਾਂ, ਉਹ 16ਵਾਂ ਸ਼ਬਦ ਲੈ ਰਹੇ ਹਾਂ, ਲੜੀ ਦਾ 16ਵਾਂ, ਅਤੇ ਸੀਰੀਅਲ ਵਾਈਜ਼ ਜਿਹੜਾ ਹੈਗਾ 86ਵਾਂ ਸ਼ਬਦ ਹੈ ਜੀ। ਮਹਾਰਾਜ ਮਿਹਰ ਕਰਨ। ਸ੍ਰੀ ਰਾਗ ਮਹੱਲਾ ਪੰਜਵਾਂ। शरण परे की शरण परे शरण पाए प्रभ आपने गुर हुआ कृपाल। शरण पाए प्रभ आपने गुर हुआ कृपाल। सतगुर कै उपदेश है बिन से सर्व जंजाल। हुण इत्थे देखो, शरण पाए प्रभ आपने गुर हुआ कृपाल। बई परमात्मा की शरण पाए तो गुरु कृपाल हो गया। ਸਿੰਪਲ ਜਿਹੜੇ ਹੈਗੇ, ਜੇ ਸਿੱਧੇ ਇਹਨੂੰ ਦੇਖੀਏ ਅੱਖਰਾਂ ਦੇ ਨਾਲ, ਪਰ ਇੱਥੇ ਬਾਈ ਅਰਥ ਬਿਲਕੁਲ ਆਪੋਜ਼ਿਟ ਹੈਗੇ। ਜੇ ਗੁਰੂ ਹੋਇਆ ਕਿਰਪਾਲ ਤੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਗਏ ਤਾਂ ਸ਼ਰਨ ਦੇ ਵਿੱਚ ਪਏ, ਕਿਉਂਕਿ ਗੁਰੂ ਤੋਂ ਆਪਾਂ ਨੂੰ ਗਿਆਨ ਪੈਣਾ ਹੈ। ਜਿਉਂ ਗੁਰੂ ਤੋਂ ਗਿਆਨ ਮਿਲਣਾ ਹੈ ਵੀ ਸ਼ਰਨ ਕਿਵੇਂ ਪੈਣਾ ਹੈ। ਉਹ ਮਾਲਕ ਪਰਮਾਤਮਾ ਜਿਹੜਾ ਦਿਸਦਾ ਨਹੀਂ ਆ, ਉਸ ਮਾਲਕ ਪਰਮਾਤਮਾ ਦੀ, ਔਰ ਜਿਹੜਾ ਅੰਗ ਸੰਗ ਹੈਗਾ ਉਸ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਕਿਵੇਂ ਪੈਣਾ ਹੈ। ਜਦ ਗੁਰੂ ਹੋਇਆ ਕਿਰਪਾਲ। ਗੁਰੂ ਕਿਵੇਂ ਕਿਰਪਾਲ ਹੋ ਗਿਆ? ਅਗਲੀ ਲਾਈਨ ਦੱਸ ਰਹੀ ਹੈ, ਸਤਿਗੁਰ ਕੇ ਉਪਦੇਸ਼ ਹੈ ਬਿਨ ਸੇ ਸਰਬ ਜੰਜਾਲ। ਕਹਿੰਦੇ ਗੁਰੂ ਦਾ ਉਪਦੇਸ਼ ਮਿਲ ਗਿਆ ਭਾਈ, ਗੁਰੂ ਤੋਂ ਗਿਆਨ ਮਿਲ ਗਿਆ ਤਾਂ ਜਿਹੜੇ ਹੈਗੇ ਆ ਸਾਰੇ ਦੇ ਸਾਰੇ ਜੰਜਾਲ ਜਿਹੜੇ ਮਾਇਆ ਦੇ ਬਿਨਸ ਗਏ। ਸਤਿਗੁਰ ਕੇ ਉਪਦੇਸ਼ ਹੈ ਬਿਨ ਸੇ ਸਰਬ ਜੰਜਾਲ। ਇਹ ਸਾਰੀ ਦੀ ਸਾਰੀ ਜਿਹੜੀ ਹੈ ਨਾ ਪੋਇਟਰੀ ਹੈ। ਪੋਇਟਰੀ ਦੇ ਵਿੱਚੋਂ ਜਿਹੜੇ ਹੈਗੇ ਆਪਾਂ ਨੂੰ ਜਿਹੜਾ ਹੈਗਾ ਸੀਕੁਐਂਸ ਬਣਾਉਣੀ ਪੈਣੀ ਹੈ। ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ। ਕਹਿੰਦੇ ਅੰਦਰ ਜਿਹੜਾ ਹੈਗਾ ਰਾਮ ਦੇ ਨਾਮ ਦੇ ਨਾਲ ਲੱਗ ਗਿਆ ਤੇ ਅੰਮ੍ਰਿਤ ਨਾਮ ਪਰਮੇਸ਼ਰ ਦਾ ਨਿਹਾਲੋ ਨਿਹਾਲ ਹੋ ਗਿਆ। ਮਾਲਕ ਪਰਮਾਤਮਾ ਦੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਨਿਹਾਲੋ ਨਿਹਾਲ ਹੋ ਗਿਆ। शरण पाए प्रभ आपने गुर हुआ कृपाल। सतगुर के उपदेश है बिन से सर्व जंजाल। अंदर लगा राम नाम अमृत नदर निहाल। मन मेरे सतगुर सेवा सार। रहाओ की पंक्ति आ गई। कहती हे मेरे मना, ਸਤਿਗੁਰੂ ਜਿਹੜੀ ਸੇਵਾ ਦੱਸ ਰਹੇ ਆ ਨਾ, ਸਤਿਗੁਰੂ ਜਿਹੜੀ ਸੇਵਾ ਦੱਸ ਰਹੇ ਆ ਉਹੀ ਸੇਵਾ ਸਾਰ ਹੈਗੀ ਆ, ਜੀਵਨ ਦਾ ਸਾਰ ਹੈਗੀ ਆ। ਉਹ ਸੇਵਾ ਜੀਵਨ ਦਾ ਸਾਰ ਆ। ਤੱਥ ਆ ਤੱਥ। ਮਨ ਮੇਰੇ ਸਤਿਗੁਰ ਸੇਵਾ ਸਾਰ। ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਓ। ਜੇ ਕਿਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਣੀ ਦਇਆ ਕਰਦੇ, ਮਿਹਰ ਕਰਦੇ, ਤੇ ਇੱਕ ਨਿਮਖ ਵੀ ਜਿਹੜਾ ਹੈ ਨਾ ਇਸ ਸੇਵਾ ਨੂੰ ਮਨ ਤੋਂ ਨਾ ਵਿਸਾਰ। ਮਨ ਮੇਰੇ ਸਤਿਗੁਰ ਸੇਵਾ ਸਾਰ। ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਓ। ਗੁਣ ਗੋਬਿੰਦ ਨਿਤ ਗਾਵੀਐ ਅਵਗੁਣ ਅਵਗੁਣ ਕੱਟਣ ਹਾਰ। ਕਹਿੰਦੇ ਇਹੀ ਪਰਮੇਸ਼ਰ ਦੇ ਗੁਣ ਨਿਤ ਗਾਉਣੇ ਆ ਭਾਈ, ਨਿਤ। ਕੋਈ ਦਿਨ ਖਾਲੀ ਨਹੀਂ ਜਾਣਾ ਚਾਹੀਦਾ। ਇਹ ਧਿਆਨ ਸਿਮਰਨ ਨਿਤ ਕਰਨਾ ਹੈ। ਨਿਤ ਗੁਰੂ ਦੀ ਮੱਤ ਨਿਤ ਲੈਣੀ ਆ। ਗੁਣ ਗੋਬਿੰਦ ਨਿਤ ਗਾਵੀਐ
ਇਹੀ ਪਰਮੇਸ਼ਰ ਦੇ ਗੁਣ ਗਾਉਣੇ ਆ ਭਾਈ। ਗੁਰੂ ਦੀ ਮੱਤ, ਇਹ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ, ਇਹ ਗੁਰਮਤਿ ਦੇ ਵਿੱਚ ਪਰਮਾਤਮਾ ਦੇ ਗੁਣ ਦੱਸੇ ਆ। ਔਰ ਨਾਮ ਜਿਹੜਾ ਸਭ ਤੋਂ ਵੱਡਾ ਗੁਣ ਆ। ਗੁਣ ਗੋਬਿੰਦ ਨਿਤ ਗਾਵੀਏ, ਧਿਆਨ ਸਿਮਰਨ ਸਭ ਤੋਂ ਵੱਡਾ ਗੁਣ ਆ। ਗੁਣ ਗੋਬਿੰਦ ਨਿਤ ਗਾਵੀਏ, ਅਵਗੁਣ ਕੱਟਣ ਹਾਰ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿੱਠੇ ਵਿਸਥਾਰ। ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ ਕਿ ਨਾਮ ਤੋਂ ਬਗੈਰ ਸੁੱਖ ਨਹੀਂ ਮਿਲ ਸਕਦਾ। ਮਾਲਕ ਨੇ ਸੁੱਖ ਪਾਇਆ ਹੀ ਨਹੀਂ ਹੈਗਾ। ਵਿਸਤਾਰ ਕਰ ਕਰਕੇ ਮੈਂ ਆਪਣੀ ਟੈਰੀਟਰੀ ਜਿਹੜੀ ਹੈਗੀ, ਆਪਣਾ ਸਾਰਾ ਜਿਹੜਾ ਹੈਗਾ, ਇਹ ਗੋਇਲੀ ਆਇਆ ਅਤੇ ਵਿਸਥਾਰ ਕਰਨ ਲੱਗ ਪਿਆ। ਕਹਿੰਦੇ ਇੱਥੇ ਆ ਕੇ ਬੜਾ ਵਿਸਥਾਰ ਕਰਕੇ, ਬੜਾ ਧਨ ਦੌਲਤ ਕਮਾ ਕੇ, ਸਾਰਾ ਕੁਛ ਕਰਕੇ ਮੈਂ ਦੇਖ ਲਿਆ। ਬਿਨ ਹਰ ਨਾਮ ਨਾ ਸੁਖ ਹੋਏ। ਨਾਮ ਤੋਂ ਬਗੈਰ, ਪਰਮੇਸ਼ਰ ਦੇ ਨਾਮ ਤੋਂ ਬਗੈਰ, ਧਿਆਨ ਸਿਮਰਨ ਤੋਂ ਬਗੈਰ ਸੁਖੀ ਹੋ ਹੀ ਨਹੀਂ ਸਕਦਾ ਇਨਸਾਨ। ਬਿਨ ਹਰ ਨਾਮ ਨਾ ਸੁਖ ਹੋਏ, ਕਰ ਡਿੱਠੇ ਵਿਸਥਾਰ। ਕਹਿੰਦੇ ਮੈਂ ਦੇਖ ਲਏ ਕਰਕੇ, ਵਿਸਤਾਰ ਕਰਕੇ ਦੇਖ ਲਏ। ਸਹਿਜੇ ਸਿਫਤੀ ਰਤਿਆਂ, ਪਾਉਜਲ ਉਤਰੇ ਪਾਰ। ਸਹਿਜ ਦੇ ਨਾਲ ਹੀ, ਪਰਮੇਸ਼ਰ ਦੀ ਸਿਫਤ ਦੇ ਵਿੱਚ, ਧਿਆਨ ਸਿਮਰਨ ਦੇ ਵਿੱਚ ਰੱਥੇ ਜਾਣ ਦੇ ਨਾਲ ਇਹ ਸੰਸਾਰ ਸਮੁੰਦਰ ਜਿਹੜਾ ਹੈਗਾ, ਇਹ ਸੁਖੈਨ ਹੀ ਪਾਰ ਹੋ ਜਾਂਦਾ ਹੈ। ਇਹ ਪਾਵਜਲ, ਇਹ ਗੋਤੇ ਖਾਣ ਵਾਲਾ 84 ਲੱਖ ਜੂਨਾਂ ਵਾਲਾ ਜਿਹੜਾ ਹੈਗਾ, 84 ਲੱਖ ਜੂਨਾਂ ਵਾਲਾ ਜਿਹੜਾ ਹੈ ਸੰਸਾਰ, ਕਹਿੰਦੇ ਸਹਿਜੇ ਹੀ ਪਾਰ ਹੋ ਜਾਂਦਾ ਹੈ। ਸਹਿਜੇ ਹੀ ਪਾਰ ਹੋ ਜਾਂਦਾ ਹੈ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ, ਧਿਆਨ ਸਿਮਰਨ ਕਰਨ ਦੇ ਨਾਲ, ਹੱਸਦੇ ਖੇਡਦੇ ਸੁਖੈਨ ਹੀ ਜਿਹੜੀ ਹੈਗੀ ਆ। ਇਹ ਸਵੇਰੇ ਸ਼ਾਮ 2 ਟਾਈਮ ਆਪਣੀ ਜਿਹੜੀ ਹੈਗੀ ਧਿਆਨ ਸਿਮਰਨ ਕਰ ਲਓ, ਬਾਕੀ ਜਿਹੜਾ ਹੈਗਾ ਗੁਰੂ ਦੀ ਮੱਤ ਲੈ ਲਓ। ਸੁਖੈਨ ਕਹਿੰਦੇ, ਬਿਲਕੁਲ ਸੁਖੈਨ ਜਿਹੜਾ ਹੈਗਾ, ਸਹਿਜ ਅਵਸਥਾ, ਸਹਿਜ ਦੇ ਨਾਲ ਹੀ ਪਾਰ ਹੋ ਜਾਂਦਾ ਹੈ। ਸਹਿਜੇ ਸਿਫਤੀ ਰਤਿਆਂ, ਪਾਉਚਲ ਉਤਰੇ ਪਾਰ। ਤੀਰਥ ਵਰਤ ਲੱਖ ਸੰਜਮਾ, ਪਾਈਏ ਸਾਧੂ ਧੂਰ। ਕਹਿੰਦੇ ਗੁਰੂ ਦੀ ਗਾਈਡੈਂਸ ਮਿਲ ਜਾਏ, ਸਾਧੂ ਦੀ ਗਾਈਡੈਂਸ ਮਿਲ ਜਾਏ, ਕਹਿੰਦੇ ਲੱਖਾਂ ਹੀ ਤੀਰਥ, ਲੱਖਾਂ ਹੀ ਵਰਤ, ਲੱਖਾਂ ਹੀ ਸੰਜਮ ਸਾਰੇ ਪਾ ਲਈਦੇ ਆ ਭਾਈ। ਸਾਰਿਆਂ ਦੇ ਫਲ ਆ ਜਾਂਦੇ ਆ, ਉਹਨਾਂ ਦੇ ਕਰਨ ਦੀ ਲੋੜ ਨਹੀਂ ਪੈਂਦੀ। ਤੀਰਥ ਵਰਤ ਲੱਖ ਸੰਜਮਾ, ਪਾਈਏ ਸਾਧੂ ਧੂਰ। ਲੋਕ ਖਮਾਵੇਂ ਕਿਸ ਤੇ, ਜਾਂ ਵੇਖੈ ਸਦਾ ਹਦੂਰ। ਕਹਿੰਦੇ ਕਿਸ ਤਰ੍ਹਾਂ, ਕਿਹਦੇ ਕੋਲੋਂ ਲੁੱਕ ਕੇ ਜਿਹੜਾ ਹੈਗਾ ਤੂੰ ਜਿਹੜਾ ਹੈਗੇ ਪਾਪ ਕਮਾ ਰਿਹਾ, ਕਿਹਦੇ ਤੋਂ ਲੁੱਕ ਕੇ ਕਮਾ ਰਿਹਾ? ਮਾਲਕ ਪਰਮਾਤਮਾ ਦਾ ਤੇਰੇ ਅੰਦਰ ਹੀ ਬੈਠਾ, ਉਹ ਤਾਂ ਸਾਰਾ ਕੁਝ ਦੇਖ ਰਿਹਾ ਹੈ। ਲੁੱਕ ਕਮਾਵੇ ਕਿਸ ਤੇ, ਜਾਂ ਵੇਖੈ ਸਦਾ ਹਦੂਰ। ਉਹ ਤਾਂ ਹਮੇਸ਼ਾ ਹਰ ਟਾਈਮ 24/7 ਤੇਰੇ ਨਾਲ ਹੀ ਆ। ਥਾਨ ਥਨੰਤਰੇ ਰਵ ਰਿਹਾ, ਪ੍ਰਭ ਮੇਰਾ ਭਰਪੂਰ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਹਰੇਕ ਜਗ੍ਹਾ ਤੇ ਪੂਰੀ ਤਰ੍ਹਾਂ ਭਰਪੂਰ ਰਵਿਆ ਹੋਇਆ ਹੈ। ਮਾਲਕ ਪਰਮਾਤਮਾ ਹਰ ਜਗ੍ਹਾ ਤੇ, ਕਿਸੇ ਉਹ ਜਿੱਥੇ ਵੀ ਜਾਏਗਾ ਮਾਲਕ ਪਰਮਾਤਮਾ ਦੇ ਵਿੱਚ ਹੀ ਰਹੇਗਾ। ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ। ਉਹ ਮਾਲਕ ਪਰਮਾਤਮਾ ਦੀ ਪਾਤਸ਼ਾਹੀ ਸੱਚ ਹੈ, ਅਬਨਾਸੀ ਹੈਗਾ ਉਹ ਮਾਲਕ ਪਰਮਾਤਮਾ। ਉਹ ਬਿਨਸਨਹਾਰ ਨਹੀਂ ਹੈਗਾ ਮਾਲਕ ਪਰਮਾਤਮਾ। ਸੱਚ ਪਾਤਸ਼ਾਹੀ ਅਮਰ ਸੱਚ, ਉਸੇ ਦਾ ਜਿਹੜਾ ਹੈਗਾ ਹੁਕਮ ਚੱਲਦਾ ਹੈ। ਸੱਚ ਹੈ ਉਹਦਾ ਹੁਕਮ, ਜੋ ਉਹਦਾ ਹੁਕਮ ਹੈ ਉਹ ਹੋ ਕੇ ਰਹੇਗਾ। ਸੱਚੇ ਸੱਚਾ ਥਾਨ, ਉਹ ਮਾਲਕ ਪਰਮਾਤਮਾ ਦਾ, ਸੱਚੇ ਦਾ ਸੱਚਾ ਥਾਨ ਹੈਗਾ ਮਾਲਕ ਪਰਮਾਤਮਾ ਦਾ। ਇਹ ਸਾਰੀ ਸ੍ਰਿਸ਼ਟੀ ਸੱਚੀ ਹੈ। ਸਾਰਾ ਜੋ ਜਹਾਨ ਮਾਲਕ ਪਰਮਾਤਮਾ ਨੇ ਸਿਰਜਿਆ ਹੈ। ਸੱਚੀ ਕੁਦਰਤ ਧਾਰੀਅਨ, ਸੱਚ ਸਿਰਜਿਓਨ ਜਹਾਨ। ਇਹ ਸਾਰੀ ਕੁਦਰਤ ਸੱਚ ਹੈਗੀ, ਉਸ ਮਾਲਕ ਪਰਮਾਤਮਾ ਨੇ ਬਣਾਈ ਹੋਈ ਆ, ਧਾਰੀ ਹੋਈ ਆ। ਇਹਨੂੰ ਸਾਰੇ ਨੂੰ ਆਸਰਾ ਦੇ ਰਿਹਾ ਮਾਲਕ ਪਰਮਾਤਮਾ। ਇਹ ਸੱਚਾ ਆ ਉਹਨੇ ਜਿਹੜਾ ਜਹਾਨ ਸਿਰਜਿਆ ਆ। ਜਦ ਤੱਕ ਉਹ ਮਾਲਕ ਪਰਮਾਤਮਾ ਇਹ ਖੇਡ ਦੇਖ ਰਿਹਾ ਆ, ਸੱਚ ਆ, ਇਹਨੂੰ ਕੋਈ ਵਿਨਾਸ਼ ਨਹੀਂ ਕਰ ਸਕਦਾ ਇਹਦਾ। ਨਾਨਕ ਜਪੀਏ ਸੱਚ ਨਾਮ, ਹਉ ਸਦਾ ਸਦਾ ਕੁਰਬਾਨ। ਇਸ ਕਰਕੇ ਹੇ ਮੇਰੇ ਮਨਾ, ਉਸ ਪਰਮੇਸ਼ਰ ਦਾ ਨਾਮ ਜਪੀਏ, ਉਹ ਸੱਚ ਨੂੰ ਜਪੀਏ, ਸੱਚੇ ਨਾਮ ਨੂੰ। ਮੈਂ ਉਸ ਤੋਂ ਸਦਾ ਸਦਾ ਕੁਰਬਾਨ ਜਾਣਾ ਹੈ।
ਇੱਕ ਜਿਹੜਾ ਹੋਰ ਆਪਾਂ ਜਿਹੜੇ ਹੈਗੇ ਆ ਇੱਕ ਗੱਲ ਦਾ ਖੁਲਾਸਾ ਕਰ ਦਈਏ ਭਾਈ ਕਿ ਜਿੱਥੇ ਵੀ ਜਪੀਏ ਅਤੇ ਸਿਮਰੀਏ ਅਤੇ ਧਿਆਈਏ ਆਉਂਦਾ ਆ ਉਹ ਸਾਰਾ ਦਾ ਸਾਰਾ ਜਿਹੜਾ ਹੈਗਾ ਇਹ ਮਨ ਨੇ ਕਰਨਾ ਹੈ, ਸੁਰਤ ਦੇ ਦੁਆਰਾ ਹੋਣਾ ਹੈ ਸਾਰਾ ਦਾ ਸਾਰਾ। ਧਿਆਨ ਲੱਗ ਗਿਆ ਤੇ ਸੁਰਤ ਵੀ ਡਰਾਪ ਹੋ ਜਾਂਦੀ ਹੈ ਭਾਈ, ਮਨ ਵੀ ਡਰਾਪ ਹੋ ਜਾਂਦਾ ਹੈ ਧਿਆਨ ਲੱਗ ਗਿਆ ਤੇ। ਨਾਨਕ ਜਪੀਏ ਸੱਚ ਨਾਮ ਔਰ ਸਦਾ ਸਦਾ ਕੁਰਬਾਨ। ਜੀਵ ਦੀ ਆਪਾਂ ਨੇ ਜਿਹੜੀ ਬਾਹਰਲੇ ਜਿਹੜੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਇਹਨਾਂ ਦੀ ਸਹਾਇਤਾ ਲੈਣੀ ਆ, ਪਰ ਜਿਹੜੀ ਹੈਗੀ ਆ ਇਹ ਜੋ ਵੀ ਆਪਣਾ ਜਿਹੜਾ ਹੈਗਾ ਭਗਤੀ ਹੈਗੀ ਇਹ ਜਿਹੜੀ ਹੈ ਮਨ ਦੀ ਭਗਤੀ ਹੈਗੀ, ਸੁਰਤ ਦੇ ਦੁਆਰਾ ਹੋਣੀ ਹੈ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸੌਣ ਸੋਏ ਜਿਤ ਜਪੀਏ ਹਰ ਨਾਉ। ਮਹਾਰਾਜ ਕਹਿੰਦੇ ਆ ਪਿਆਰਿਆ ਦੇਖ ਲਾ ਉਹੀ ਗਿਆਨ ਹੈਗਾ, ਉਹੀ ਸ਼ਾਸਤਰ ਹੈਗਾ, ਉਹੀ ਸ਼ਾਸਤਰ ਹੈਗਾ, ਉਹੀ ਗਿਆਨ ਹੈਗਾ। ਕਿਹੜਾ? ਕਹਿੰਦੇ ਜਦ ਤੂੰ ਪਰਮੇਸ਼ਰ ਦਾ ਨਾਮ ਜਪਣ ਲੱਗ ਪਿਆ ਸਮਝ ਲਾ ਬਈ ਤੈਨੂੰ ਗਿਆਨ ਆ ਗਿਆ। ਸੌਣ ਕਹਿੰਦੇ ਆ ਜਿਹੜਾ ਹੈਗਾ ਤੇਰੀ ਜਿਹੜੀ ਹੈਗੀ ਆ ਉਹ ਕਹਿੰਦੇ ਆ ਨਾ ਬਈ ਕਿਸੇ ਪੰਡਤ ਦੇ ਕੋਲ ਜਾ ਕੇ ਜਿਹੜਾ ਹੈਗਾ ਆਪਣੀ ਕਿਸਮਤ, ਮੇਰੀ ਕਿਸਮਤ ਕੀ ਹੈ ਜੀ। ਸੌਣ ਦਾ ਮਤਲਬ ਆ ਵੀ ਸਾਡੇ ਮੇਰੀ ਕਿਸਮਤ ਦੇ ਵਿੱਚ ਕੀ ਹੈਗਾ। ਜੋਤਿਸ਼ੀ ਕੋਲ ਜਾ ਕੇ ਇਹ ਸੌਣ ਇੱਕ ਸ਼ਾਸਤਰ ਹੈਗਾ। ਸੌਣ ਜਿਹੜਾ ਹੈਗਾ ਜਿਨ੍ਹਾਂ ਨੇ ਬਣਾਇਆ ਹੈ ਜੋਤਿਸ਼ ਸ਼ਾਸਤਰ, ਉਹ ਸੌਣ ਜਿਹੜੇ ਹੈਗੇ ਰਿਸ਼ੀ ਜਿਨ੍ਹਾਂ ਨੇ ਬਣਾਇਆ ਹੈ। ਕਿਹੜਾ ਛੱਡਤਾ ਜੀ? ਹਾਂਜੀ ਸੌਰੀ ਮਾਫ ਕਰਨਾ ਜੀ, ਮੈਂ ਇਹਨਾਂ ਨੇ ਵੀ ਦੱਸ ਦਿੱਤਾ, ਬਹੁਤ ਵਧੀਆ ਜੀ। ਇਹ ਅੱਗੇ ਡਬਲ ਕਲਿੱਕ ਹੋ ਗਿਆ ਪਤਾ ਨਹੀਂ, ਚਲੋ। ਸ੍ਰੀ ਰਾਗ ਮਹੱਲਾ ਪੰਜਵਾਂ। ਉਦਮ ਕਰ ਹਰ ਜਾਪਣਾ ਵੱਡ ਭਾਗੀ ਧਨ ਖਾਟ। ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਵਾਸਤੇ ਪਿਆਰਿਆ ਬਈ ਤੈਨੂੰ ਉਦਮ ਕਰਨਾ ਪਊਗਾ, ਉਦਮ ਕਰਨਾ ਪਊਗਾ, ਤੈਨੂੰ ਉੱਠਣਾ ਪਊਗਾ ਭਾਈ, ਧਿਆਨ ਸਿਮਰਨ ਕਰਨਾ ਪਊਗਾ। ਉਦਮ ਕਰ ਹਰ ਜਾਪਣਾ, ਉਦਮ ਕਰਕੇ ਜਿਸ ਤਰ੍ਹਾਂ ਤੂੰ ਬਾਕੀ ਕੰਮਾਂ ਦੇ ਵਾਸਤੇ ਉਦਮ ਕਰਦਾ ਹੈ, ਆਲਸ ਨਹੀਂ ਕਰਦਾ ਹੈ, ਉਸੇ ਤਰੀਕੇ ਦੇ ਨਾਲ ਇਹ ਕੰਮ ਤੈਨੂੰ, ਇਹ ਉਦਮ ਤੈਨੂੰ ਕਰਨਾ ਪਊਗਾ। ਉਦਮ ਕਰ ਹਰ ਜਾਪਣਾ, ਤਾਂ ਜਿਹੜਾ ਹੈਗਾ ਪਰਮੇਸ਼ਰ ਦਾ ਨਾਮ ਜਪਿਆ ਜਾ ਸਕਦਾ ਹੈ। ਵੱਡ ਭਾਗੀ ਧਨ ਖਾਟ, ਵੱਡੇ ਭਾਗ ਹੋ ਜਾਣਗੇ ਤੇਰੇ ਜੇ ਧਨ ਦੀ ਖੱਟੀ ਕਰ ਲਏਗਾ ਤੇ। ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਦੇਖ ਲਾ ਪਿਆਰਿਆ ਸਤਸੰਗਤ ਜਿਹੜੀ ਗੁਰੂ ਦੀ ਸੰਗਤ ਜਿਹੜੀ ਸਾਧ ਸੰਗਤ ਆ ਉਹਦੇ ਨਾਲ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਸਿਮਰਨ ਕਰਨਾ ਸੁਰਤ ਦੇ ਨਾਲ। ਕਹਿੰਦੇ ਜਨਮਾਂ ਜਨਮਾਂ ਦੀ ਮਨ ਨੂੰ ਜਿਹੜੀ ਮੈਲ ਲੱਗੀ ਹੋਈ ਆ, ਜਨਮਾਂ ਜਨਮਾਂ ਦੇ ਸੰਸਕਾਰ ਬਣੇ ਹੋਏ ਆ, ਸਾਰੇ ਕੱਟ ਜਾਣਗੇ। ਉਦਮ ਕਰ ਹਰ ਜਾਪਣਾ ਵੱਡ ਭਾਗੀ ਧਨ ਖਾਟ। ਹੁਣ ਦੇਖ ਲਓ ਜਾਪਣਾ ਲਿਖਿਆ, ਜਪਣਾ ਲਿਖਿਆ ਹੋਇਆ। ਇਹ ਜਿਹੜਾ ਹੈਗਾ ਆਪਾਂ ਕਹੀਏ ਵੀ ਜੀਭ ਦਾ ਜਪਣਾ ਹੈਗਾ ਨਾ, ਅੱਗੇ ਪਤਾ ਲੱਗ ਜਾਏਗਾ। ਮਨ ਮੇਰੇ ਰਾਮ ਨਾਮ ਜਪੇ ਜਾਪ, ਮਨ ਦੇ ਨਾਲ ਆ ਪਾਈ। ਦੇਖ ਲਓ ਮਨ ਨੇ ਜਪਣਾ ਆ, ਮਨ ਮੇਰੇ ਰਾਮ ਨਾਮ ਜਪੇ ਜਾਪ, ਆਹੀ ਜਾਪ ਆ ਪਾਏ। ਇਹਨੂੰ ਜਪ ਪਰਮੇਸ਼ਰ ਦੇ ਨਾਮ ਨੂੰ। ਹੇ ਮੇਰੇ ਮਨਾ, ਮਨ ਦੀ ਜੀਵ ਹੈ ਸੁਰਤ, ਮਨ ਇੱਛੇ ਫਲ। ਅਸਲੀ ਚੀਜ਼ ਤਾਂ ਸੁਰਤ ਹੀ ਹੈ ਆਪਣੀ। ਮਨ ਜਿਹੜਾ ਹੈਗਾ ਇਹ ਤਾਂ ਕਾਰਨ ਸਰੀਰ ਹੈਗਾ ਮਨ। ਸੁਰਤ ਆ ਮੇਨ ਚੀਜ਼। ਸੁਰਤ ਨੇ ਜਾ ਕੇ ਜਿਹੜਾ ਹੈਗਾ ਆਪਣੀ ਆਤਮਾ ਦੇ ਵਿੱਚ ਸਮਾਉਣਾ ਹੈ। ਮਨ ਮੇਰੇ ਰਾਮ ਨਾਮ ਜਪ ਜਾਪ, ਮਨ ਇੱਛੇ ਫਲ ਪੁੰਚ ਤੂੰ, ਸਭ ਚੂਕੇ ਸੋਗ ਸੰਤਾਪ ਰਾਹੋ। ਮਨ ਕਿਸ ਤਰ੍ਹਾਂ ਜਿਹੜਾ ਹੈਗਾ ਆਪਣਾ ਆਹ ਵੀ ਲੈ ਲਾਂ, ਆਹ ਵੀ ਲੈ ਲਾਂ, ਆਹ ਵੀ ਸਵਾਦ ਕਰ ਲਾਂ, ਆਹ ਵੀ ਕਰ ਲਾਂ। ਕਹਿੰਦੇ ਦੇਖ ਲੈ ਤੇਰੇ ਮਨ 'ਚ ਕਿਸ ਤਰ੍ਹਾਂ ਜਿਹੜਾ ਹੈਗਾ ਪਦਾਰਥਾਂ ਦੀ ਖਿੱਚ ਆ ਰਹੀ ਆ। ਤੇਰੀ ਸਾਰੀ ਖਿੱਚਾਂ ਖਤਮ ਹੋ ਜਾਣਗੀਆਂ। ਮਨ ਇੱਛੇ, ਜੋ ਮਨ ਦੇ ਵਿੱਚ ਇੱਛਾ ਹੋਏਗੀ ਤੇਰੀ ਉਹ ਫਲ ਪੁੰਚ ਲਏਗਾ ਤੂੰ। ਸਭ ਚੂਕੇ ਸੋਗ ਸੰਤਾਪ, ਔਰ ਤੇਰਾ ਸਾਰਾ ਦਾ ਸਾਰਾ ਸੋਗ ਤੇ ਸੰਤਾਪ ਜਿਹੜਾ ਹੈਗਾ ਸਾਰਾ ਚੁੱਕ ਜਾਏਗਾ, ਖਤਮ ਹੋ ਜਾਏਗਾ। ਰਹਾਓ,
ਜੇ ਮੇਰੇ ਮਨਾ ਰਾਮ ਦੇ ਨਾਮ ਨੂੰ ਜਪ ਲਏਗਾ ਤਾਂ। ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ। ਆਹ ਦੇਖ ਲਓ ਹੁਣ ਜਿਹੜਾ ਪਰਪਸ ਹੈਗਾ ਆਪਣਾ ਭਾਈ, ਕਾਹਦੇ ਵਾਸਤੇ ਸਰੀਰ ਮਿਲਿਆ ਆਪਾਂ ਨੂੰ? ਮਨੁੱਖੀ ਸਰੀਰ। ਭਾਈ ਪਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹੀ ਪਾਤਸ਼ਾਹੀ ਇੱਥੇ ਵੀ ਇਹੀ ਗੱਲ ਕਹਿ ਰਹੀ ਆ, ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ। ਕਹਿੰਦੇ ਉਹ ਮਾਲਕ ਪਰਮਾਤਮਾ ਦਾ ਬਿਲਕੁਲ ਨਾਲ ਹੀ ਆ ਮੇਰੇ। ਦੇਖ ਲਿਆ ਉਹਨੂੰ, ਡਿੱਠ ਲਿਆ ਸੁਰਤ ਦੇ ਦੁਆਰਾ। ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ। ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ। ਉਹ ਮਾਲਕ ਪਰਮਾਤਮਾ ਜਲ ਦੇ ਵਿੱਚ, ਥਲ ਦੇ ਵਿੱਚ, ਆਕਾਸ਼ ਦੇ ਵਿੱਚ ਪੂਰੀ ਤਰ੍ਹਾਂ ਰਮਿਆ ਹੋਇਆ ਆ। ਆਪਣੀ ਨਜ਼ਰ ਦੇ ਨਾਲ ਨਿਹਾਲੋ ਨਿਹਾਲ ਕਰ ਦਿੰਦਾ ਹੈ। ਐਕਸ਼ਨ ਕੀ ਹੈਗਾ? ਐਕਸ਼ਨ ਹੈਗਾ ਮਨ ਮੇਰੇ ਰਾਮ ਨਾਮ ਜਪ ਜਾਪ। ਐਕਸ਼ਨ ਆ ਹੈਗਾ ਭਾਈ। ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ। ਉਹ ਜਿਹੜਾ ਵੀ ਐਕਸ਼ਨ ਕਰਨ ਲੱਗ ਪਿਆ ਉਹਨੇ ਸੱਚ ਦੇ ਨਾਲ ਪਿਆਰ ਪੈ ਜਾਣਾ, ਉਹਦਾ ਪਰਮਾਤਮਾ ਦੇ ਨਾਲ ਪਿਆਰ ਹੋ ਜਾਣਾ ਹੈ। ਔਰ ਮਨ ਔਰ ਤਨ ਦੋਨੋਂ ਦੇ ਦੋਨੋਂ ਨਿਰਮਲ ਹੋ ਜਾਣੇ ਆ। ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਹਾਇਕ ਹੋ ਜਾਣੀਆਂ ਹੈ। ਸੁਰਤ ਜਿਹੜੀ ਹੈ ਉਹ ਆਤਮਾ ਦੇ ਵੱਲ ਨੂੰ, ਆਤਮਾ ਵਿੱਚ ਲੀਨ ਹੋਣੀ ਹੈ। ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ। ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ। ਜਿਸ ਇਨਸਾਨ ਨੇ ਪਰਮੇਸ਼ਰ ਦੇ ਚਰਨਾਂ ਦਾ ਭਜਨ ਕੀਤਾ, ਭਜ ਮਨ ਮੇਰੇ ਏਕੋ ਨਾਮ, ਉਸ ਮਾਲਕ ਪਰਮਾਤਮਾ ਦੇ ਚਰਨ, ਉਸ ਮਾਲਕ ਪਰਮਾਤਮਾ ਦਾ ਨਾਮ, ਸਭ ਜਪ ਤਪ ਤਿਨਹੀ ਕੀਤ। ਉਸੇ ਨੇ ਸਾਰੇ ਜਪ ਤਪ ਦੁਨੀਆ ਦੇ ਸਾਰੇ ਹੀ ਭਗਤੀਆਂ ਸਾਰਾ ਕੁਝ ਕਰ ਲਿਆ ਉਸਨੇ। ਕਿੰਨਾ ਦੇਖੋ ਕਿੰਨਾ ਜ਼ਿਆਦਾ ਉਤਸ਼ਾਹ ਮਿਲਦਾ ਹੈ ਆਪਾਂ ਨੂੰ ਇਹ ਧਿਆਨ ਸਿਮਰਨ ਦੇ ਵਾਸਤੇ। ਚਰਨ ਭਜੇ ਭਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ। ਰਤਨ ਜਵੇ ਹਰ ਮਾਣਕਾ ਅੰਮ੍ਰਿਤ ਹਰ ਕਾ ਨਾਮ। ਕਹਿੰਦੇ ਸਾਰਾ ਇੰਨਾ ਕੀਮਤੀ ਹੈ। ਕਹਿੰਦੇ ਰਤਨ ਜਵਾਹਰ ਮਾਣਕ, ਕਹਿੰਦੇ ਅੰਮ੍ਰਿਤ ਆ ਭਾਈ। ਪਰਮੇਸ਼ਰ ਦਾ ਨਾਮ ਸਭ ਤੋਂ ਕੀਮਤੀ, ਅਮਰ ਕਰ ਦੇਗਾ ਤੈਨੂੰ ਮਾਲਕ ਪਰਮਾਤਮਾ ਦੇ ਨਾਲ ਜਿਹੜਾ ਹੈਗਾ, ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈਗਾ, ਸਾਰੇ ਜੋ ਵੀ ਦੁਨੀਆ ਦੇ ਪਦਾਰਥਾਂ ਨੂੰ ਬਣਾਉਣ ਵਾਲਾ ਹੈਗਾ, ਉਹਦੇ ਨਾਲ ਜਿਹੜਾ ਹੈਗਾ ਤੇਰਾ ਸਾਥ ਹੋ ਜਾਏਗਾ। ਰਤਨ ਜੁਏ ਹਰ ਮਾਣਕਾ ਅੰਮ੍ਰਿਤ ਹਰ ਕਾ ਨਾਮ। ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ। ਕਹਿੰਦੇ ਸਾਰੇ ਸੁਖ, ਸਹਿਜ ਅਵਸਥਾ, ਆਨੰਦ, ਸਾਰੇ ਰਸ, ਪਰਮੇਸ਼ਰ ਦਾ ਨਾਮ ਜਪ ਪਿਆਰਿਆ, ਪਰਮੇਸ਼ਰ ਦੇ ਗੁਣ ਗਾ। ਇਹ ਪ੍ਰੇਮਾ ਭਗਤੀ ਕਰ, ਇਹਦੇ ਵਿੱਚ ਹੀ ਆ ਸਾਰਾ ਕੁਛ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਾਸਤ ਸੌਣ ਸੋਏ ਜਿਤ ਜਪੀਏ ਹਰ ਨਾਉ। ਕਹਿੰਦੇ ਉਹੀ ਸ਼ਾਸਤਰ ਆ ਭਾਈ, ਉਹੀ ਗਿਆਨ ਹੈਗਾ, ਉਹੀ ਸ਼ਾਸਤਰ ਹੈਗਾ ਭਾਈ। ਉਹੀ ਜਿਹੜਾ ਹੈਗਾ, ਫਿਰ ਮੈਂ ਭੁੱਲ ਗਿਆ ਸੌਣ ਦਾ ਮਤਲਬ ਜਿਹੜਾ ਹੈਗਾ। ਸੌਣ ਰਿਸ਼ੀ ਸੀਗਾ, ਉਹਨਾਂ ਨੇ ਉਹ ਲਿਖਿਆ ਸੀਗਾ ਜੋਤਿਸ਼। ਸੋਈ ਸ਼ਾਸਤ, ਜੋਤਿਸ਼ ਵੀ ਉਹੀ ਆ ਭਾਈ। ਤੇਰਾ ਸ਼ੁਭ ਮੁਹੂਰਤ ਵੀ ਉਹੀ ਹੈਗਾ। ਸੋਈ ਸ਼ਾਸਤ ਸੌਣ ਸੋਏ ਜਿਤ ਜਪੀਏ ਹਰ ਨਾਮ। ਜੇ ਪਰਮੇਸ਼ਰ ਦਾ ਨਾਮ ਜਪਣ ਲੱਗ ਗਿਆ, ਬਸ ਸਭ ਤੋਂ ਆਲਾ ਗਿਆਨ ਆ ਗਿਆ ਤੇਰੇ ਕੋਲ, ਔਰ ਤੇਰੇ ਭਾਗ ਬਣ ਗਏ। ਤੇਰਾ ਜਿਹੜਾ ਹੈਗਾ, ਤੇਰਾ ਜਿਹੜਾ ਹੈਗਾ ਮੁਹੂਰਤ ਕਹਿ ਲਓ, ਤੇਰਾ ਜਿਹੜਾ ਹੈਗਾ ਦਿਨ ਆ ਗਿਆ, ਤੇਰਾ ਜਿਹੜਾ ਸਮਾਂ ਜਿਹੜਾ ਹੈਗਾ, ਬਸ ਸਭ ਤੋਂ ਵਧੀਆ ਸਮਾਂ ਹੈਗਾ ਭਾਈ। ਸੋਈ ਸਾਸਤ ਸੌਣ ਸੋਏ ਜਿਤ ਜਪੀਏ ਹਰ ਨਾਉ। ਚਰਨ ਕਮਲ ਗੁਰੇ ਧਨ ਦਿਆ ਮਿਲਿਆ ਨਿਥਾਵੇਂ ਥਾਉ। ਔਰ ਗੁਰੂ ਨੇ ਇਹ ਪਰਮੇਸ਼ਰ ਦੇ ਸੋਹਣੇ ਚਰਨ ਕਮਲ, ਇਹ ਪਰਮੇਸ਼ਰ ਦੇ ਨਾਮ ਦਾ ਧਨ ਦਿੱਤਾ। ਅਤੇ ਭਟਕਦੇ ਨੂੰ ਜਿਹੜਾ ਹੈਗਾ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ, ਅਸੰਖਾਈ ਜਨਮ ਹੋ ਗਏ, ਅਸੰਖਾਈ ਜੂਨਾਂ 'ਚ ਜਾ ਕੇ ਨਿਥਾਵਾਂ ਜਿਹੜਾ ਸੀਗਾ ਉਹਨੂੰ ਥਾਂ ਲੱਭ ਗਿਆ ਭਾਈ। ਉਹਨੂੰ ਮਾਲਕ ਪਰਮਾਤਮਾ ਦੀ ਗੋਦ ਮਿਲ ਗਈ। ਚਰਨ ਕਮਲ ਗੁਰੇ ਧਨ ਦਿਆ ਮਿਲਿਆ ਨਿਥਾਵੇਂ ਥਾਉ। ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਓ। ਇਹ ਸੱਚੀ ਪੂੰਜੀ ਹੈਗੀ ਭਾਈ, ਇਹ ਸੱਚਾ ਸੰਜਮ ਹੈਗਾ। 8 ਪਹਿਰ ਜਿਹੜਾ ਹੈਗਾ ਪਰਮੇਸ਼ਰ ਦੇ ਗੁਣ ਗਾਉਣੇ।
ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ। ਔਰ ਮਾਲਕ ਪਰਮਾਤਮਾ ਦੀ ਕਿਰਪਾ ਹੋ ਗਈ, ਬੂੰਦ ਸਾਗਰ ਸਮਾ ਗਈ। ਮਾਲਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਪਰਮਾਤਮਾ ਦੇ ਨਾਲ ਜਿਹੜੀ ਹੈਗੀ ਆ ਸਾਥ ਹੋ ਗਿਆ, ਜਨਮ ਮਰਨ ਦਾ ਗੇੜਾ ਖਤਮ ਹੋ ਗਿਆ। ਮੇਰੇ ਮਨ ਹਰ ਭਜ ਸਦਾ ਇੱਕ ਰੰਗ। ਕਹਿੰਦੇ ਬਸ ਇਹ ਮੇਰੇ ਮਨਾ ਪਰਮੇਸ਼ਰ ਦਾ ਭਜਨ ਕਰ ਲਾ, ਇੱਕ ਰੰਗ ਦੇ ਵਿੱਚ ਪਰਮੇਸ਼ਰ ਦਾ ਭਜਨ ਕਰ। ਬਸ ਸਾਰਾ ਕੁਝ ਛੱਡ ਦੇ, ਸਾਰੇ ਵਿਚਾਰ ਜਿਹੜੇ ਹੈਗੇ ਉਹਨਾਂ ਨੂੰ ਡ੍ਰੌਪ ਕਰ। ਬਸ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰ। ਮੇਰੇ ਮਨ ਹਰ ਭਜ ਸਦਾ ਇੱਕ ਰੰਗ। ਭਜ ਕੀ ਹੈ? ਭਜਨ ਕੀ ਹੈਗਾ? ਭਜਨ ਹੈਗਾ ਬਾਈ ਸਾਰਾ ਕੁਝ ਛੱਡ ਦੇਣਾ, ਡ੍ਰੌਪ ਕਰ ਦੇਣਾ, ਵਿਚਾਰ ਜਿਹੜੇ ਹੈਗੇ ਬੰਦ ਕਰ ਦੇਣੇ। ਦ੍ਰਿਸ਼ਟ ਤੇ ਜਿਹੜਾ ਹੈਗਾ ਦ੍ਰਿਸ਼ਟ ਤੇ ਦ੍ਰਿਸ਼ਟਾ ਜਿਹੜਾ ਹੈ ਇੱਕ ਹੋ ਜਾਏ। ਮੇਰੇ ਮਨ ਹਰ ਭਜ ਸਦਾ ਇੱਕ ਰੰਗ। ਘਟ ਘਟ ਅੰਤਰ ਰਵ ਰਿਹਾ ਸਦਾ ਸਹਾਈ ਸੰਗ। ਉਹ ਮਾਲਕ ਪਰਮਾਤਮਾ ਤਾਂ ਹਰੇਕ ਘਟ ਘਟ ਦੇ ਵਿੱਚ ਪੂਰੀ ਤਰ੍ਹਾਂ ਰਵਿਆ ਹੋਇਆ ਆ ਔਰ ਬਿਲਕੁਲ ਹਮੇਸ਼ਾ ਹੀ ਤੇਰੇ ਨਾਲ ਹੈਗਾ, ਤੇਰੇ ਨਾਲ ਹੈਗਾ ਭਾਈ। ਉਸ ਤੋਂ ਵਧੀਆ ਤੇਰਾ ਸਾਥ ਕੋਈ ਨਹੀਂ ਹੈਗਾ, ਉਸ ਤੋਂ ਵਧੀਆ ਸਾਥੀ ਕੋਈ ਨਹੀਂ ਹੈਗਾ। ਰਹਾਓ ਸੁੱਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਬਿੰਦ। ਮਹਾਰਾਜ ਕਹਿੰਦੇ ਸੁੱਖ ਜਿਹੜੇ ਇੰਨੇ ਸੁੱਖ ਆ ਜਾਂਦੇ ਕਿ ਗਿਣੇ ਨਹੀਂ ਜਾ ਸਕਦੇ। ਸੁੱਖਾਂ ਦੀ ਮਿਤੀ ਨਹੀਂ, ਬਾਉਂਡਰੀ ਨਹੀਂ ਕੀਤੀ ਜਾ ਸਕਦੀ ਸੁੱਖਾਂ ਦੀ। ਸੁੱਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਬਿੰਦ। ਜੇ ਉਹ ਮਾਲਕ ਪਰਮਾਤਮਾ ਨੂੰ ਸਿਮਰਿਆ ਜਾਏ। ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੇ ਜਿੰਦ। ਕਹਿੰਦੇ ਜਿਹਨੇ ਇਹ ਅੰਮ੍ਰਿਤ ਰਸ ਚਖਿਆ ਆ ਪਾਏ ਉਹੀ ਸੰਤੁਸ਼ਟ ਹੋ ਗਿਆ, ਤ੍ਰਿਪਤ ਹੋ ਗਿਆ। ਕਹਿੰਦੇ ਉਹ ਰਸ ਉਹੀ ਜਾਣਦਾ ਹੈ ਭਾਈ, ਉਹ ਜਾਣਦਾ ਹੈ। ਇਹ ਅੰਮ੍ਰਿਤ ਰਸ ਦਾ ਸਵਾਦ ਜਿਹੜਾ ਹੈਗਾ ਕਿਸੇ ਦੁਨੀਆ ਦੇ ਪਦਾਰਥ ਦਾ ਸਵਾਦ ਨਹੀਂ ਕੋਈ ਦੱਸ ਸਕਦਾ। ਅੰਮ੍ਰਿਤ ਦਾ ਕੀ ਸਵਾਦ ਦੱਸੇਗਾ? ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੇ ਜਿੰਦ। ਉਹ ਜਿੰਦ ਹੀ ਜਾਣਦੀ ਆ, ਉਹ ਇਨਸਾਨ ਹੀ ਜਾਣਦਾ ਹੈ ਜਿਹਨੇ ਉਸ ਰਸ ਨੂੰ ਚਖਿਆ ਆ। ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ। ਉਹ ਮਾਲਕ ਪਰਮਾਤਮਾ ਬਖਸ਼ਿਸ਼ ਕਰਨ ਵਾਲਾ ਤੇ ਬਖਸ਼ਣ ਵਾਲਾ ਜਿਹੜਾ ਹੈਗਾ, ਗੁਨਾਹਾਂ ਨੂੰ ਬਖਸ਼ਣ ਵਾਲਾ, ਉਹ ਪ੍ਰੀਤਮ ਸੰਤਾਂ ਦੀ ਸੰਗਤ ਦੇ ਵਿੱਚ ਮਨ ਦੇ ਵਿੱਚ ਵਸਦਾ ਹੈ ਭਾਈ। ਅਭਿਆਸੀਆਂ ਦੀ ਸੰਗਤ ਦੇ ਵਿੱਚ, ਸਾਧ ਸੰਗਤ ਦੇ ਵਿੱਚ, ਮਨ ਦੇ ਵਿੱਚ ਵਸਦਾ ਹੈ। ਜਿਨੇ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ। ਜਿਸਨੇ ਵੀ ਉਸ ਆਪਣੇ ਮਾਲਕ ਪਰਮਾਤਮਾ ਦੀ ਸੇਵਾ, ਗੁਰੂ ਦੀ ਦੱਸੀ ਕਾਰ, ਧਿਆਨ ਸਿਮਰਨ ਜਿਹਨੇ ਵੀ ਕੀਤਾ, ਕਹਿੰਦੇ ਉਹੀ ਰਾਜਾ ਆ ਭਾਈ। ਰਾਜਾਂ ਦਾ ਵੀ ਰਾਜਾ ਆ। ਨਰਿੰਦ ਉਹੀ ਹੈਗਾ ਰਾਜਿਆਂ ਦਾ ਰਾਜਾ। ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ਼ਨਾਨ। ਕਹਿੰਦੇ ਕਿਤੇ ਜਿਹੜਾ ਹੈਗਾ ਪਰਮੇਸ਼ਰ ਦਾ ਧਿਆਨ ਸਿਮਰਨ ਜਿਹੜਾ ਹੈਗਾ ਹਰ ਜਸ ਪਾਈ ਰੇ ਰਾਮ ਕਹੋ ਚਿਤ ਲਾਏ। ਹਰ ਜਸ ਵੱਖਰ ਲੈ ਚਲੋ ਸ਼ੌ ਦੇਖੇ ਪਤੀ ਆਏ। ਇਹ ਜਿਹੜਾ ਹਰ ਜਸ ਹੈਗਾ ਪਰਮੇਸ਼ਰ ਦੀ ਭਗਤੀ, ਧਿਆਨ ਸਿਮਰਨ, ਗੁਣ ਰਮਣ, ਗੁਣਾਂ ਦੇ ਵਿੱਚ ਰਮਣਾ। ਕਹਿੰਦੇ ਜੇ ਕੋਈ ਇਹ ਅਵਸਰ ਕਿਤੇ ਆ ਜਾਏ ਇਨਸਾਨ ਦੇ ਕੋਲ ਜਦੋਂ ਭਗਤੀ ਕਰਦਾ ਹੈ, ਕਹਿੰਦੇ ਤੇ ਕੋਟ ਮਜਨ ਇਸ਼ਨਾਨ। ਕਹਿੰਦੇ ਕਰੋੜਾਂ ਹੀ ਮਜਨ ਪਵਿੱਤਰ ਜਿਹੜੇ ਹੈਗੇ ਇਸ਼ਨਾਨ ਕਰ ਲਏ ਉਹਨੇ। ਮੈਲ ਉਹਦੀ ਜਨਮਾਂ ਜਨਮਾਂ ਦੀ ਲੈ ਜਾਂਦੀ ਹੈ ਇਸ ਦੇ ਨਾਲ। ਇਹ ਕਿਤੇ ਅਵਸਰ ਬਣ ਜਾਏ। ਅਵਸਰੇ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ਼ਨਾਨ। ਰਸਨਾ ਉਚਰੈ ਗੁਣਵੰਤੀ ਕੋਈ ਨਾ ਪੂਜੈ ਦਾਨ। ਕੋਈ ਨਾ ਪੁਜੈ ਦਾਨ। ਕਹਿੰਦੇ ਜੇ ਕਿਤੇ ਸੁਰਤ ਜਿਹੜੀ ਹੈਗੀ ਰਸਨਾ ਉਚਰੈ ਪਰਮੇਸ਼ਰ ਦੇ ਨਾਮ ਨੂੰ ਉਚਰ ਜਾਏ ਤੇ ਗੁਣਾ ਵਾਲੀ ਹੋ ਜਾਏਗੀ ਉਹ ਸੁਰਤ, ਉਹ ਇਨਸਾਨ, ਉਹ ਅਭਿਆਸੀ। ਕੋਈ ਨਾ ਪੁਜੈ ਦਾਨ। ਔਰ ਕੋਈ ਦਾਨ ਉਹਦੇ ਮੁਕਾਬਲੇ ਦਾ ਨਹੀਂ ਹੈਗਾ। ਕੋਈ ਵੀ ਦਾਨ ਉਹਦੇ ਤੋਂ ਉੱਪਰ ਨਹੀਂ ਹੈਗਾ। ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਬਾਨ। ਔਰ ਉਹਦੇ ਨਾਲ ਕੀ ਹੁੰਦਾ ਹੈ? ਜੇ ਇਸ ਅਵਸਰ ਤੇ ਪਰਮੇਸ਼ਰ ਦਾ ਧਿਆਨ ਸਿਮਰਨ ਕਰਦਾ ਹੈ, ਕੋਟ ਮਜਨ ਇਸ਼ਨਾਨ ਕਰਦਾ ਹੈ, ਕਹਿੰਦੇ ਇਹਦੇ ਨਾਲ ਮਾਲਕ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ। ਔਰ ਮਨ ਔਰ ਤਨ ਦੇ ਵਿੱਚ, ਇਸ ਸਰੀਰ ਦੇ ਅੰਦਰ ਹੀ ਉਹ ਮਾਲਕ ਪਰਮਾਤਮਾ
ਹਿਰਦੇ ਦੇ ਵਿੱਚ ਵਸ ਪੈਂਦਾ ਹੈ। ਉਹ ਦਇਆ ਕਰਨ ਵਾਲਾ, ਦਿਆਲੂ, ਉਹ ਮਿਹਰਬਾਨ ਪ੍ਰਗਟ ਹੋ ਜਾਂਦਾ ਹੈ। ਜਿਉ ਪਿੰਡ ਧਨ ਤਿਸ ਦਾ ਹੋਂ ਸਦਾ ਸਦਾ ਕੁਰਬਾਨ। ਔਰ ਉਸੇ ਮਾਲਕ ਪਰਮਾਤਮਾ ਨੇ ਦੇਖ ਲਓ, ਜਿਉ ਵੀ ਆਤਮਾ ਵੀ ਜੀ ਉਹਦਾ ਹੈਗਾ, ਪਿੰਡ ਸਰੀਰ ਵੀ ਉਹਦਾ ਹੈਗਾ, ਧਨ ਵੀ ਉਸੇ ਮਾਲਕ ਪਰਮਾਤਮਾ ਦਾ ਹੈਗਾ, ਨਾਮ ਦਾ ਧਨ ਵੀ ਉਸੇ ਮਾਲਕ ਪਰਮਾਤਮਾ ਨੇ ਦਿੱਤਾ ਹੈ। ਉਸੇ ਦਾ ਕਹਿੰਦੇ ਸਾਰਾ ਕੁਛ ਮੈਂ ਤਾਂ ਉਸ ਮਾਲਕ ਪਰਮਾਤਮਾ ਤੋਂ ਕੁਰਬਾਨ ਜਾਣਾ ਹੈ, ਹਮੇਸ਼ਾ ਹਮੇਸ਼ਾ ਕੁਰਬਾਨ ਜਾਣਾ ਹੈ। ਮਿਲਿਆ ਕਦੇ ਨਾ ਵਿਛੜਾ, ਜੋ ਮਿਲਿਆ ਜੋ ਮੇਲਿਆ ਕਰਤਾਰ। ਕਹਿੰਦੇ ਜਿਹਨੂੰ ਪਾਲਕ ਪਰਮਾਤਮਾ ਨੇ ਮਿਲਾ ਦੇ ਲਿਆ, ਆਪਣੇ ਨਾਲ ਮਿਲਾ ਲਿਆ, ਉਹ ਇੱਕ ਵਾਰੀ ਮਿਲਿਆ, ਕਦੀ ਵਿਛੜਦਾ ਨਹੀਂ ਹੈ ਭਾਈ, ਕਦੀ ਵੀ ਨਹੀਂ ਵਿਛੜੇਗਾ। ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਜਣਹਾਰ। ਔਰ ਜਿਹੜੇ ਵੀ ਦਾਸਤ ਭਾਵ ਦੇ ਨਾਲ ਇਹ ਗੁਰੂ ਦੀ ਦਸੀ ਸੇਵਾ ਕਰਦੇ ਆ, ਕਹਿੰਦੇ ਉਹਨਾਂ ਦੇ ਬੰਧਨ ਕੱਟ ਦਿੰਦਾ ਹੈ ਮਾਲਕ ਪਰਮਾਤਮਾ, ਉਹ ਸੱਚਾ ਸਿਰਜਣਹਾਰ। ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ। ਜਿਹੜਾ ਇਨਸਾਨ ਇੱਕ ਵਾਰੀ ਪਰਮੇਸ਼ਰ ਦੀ ਸ਼ਰਨ 'ਚ ਆ ਗਿਆ, ਧਿਆਨ ਸਿਮਰਨ ਕਰਨ ਲੱਗ ਪਿਆ, ਉਹਦੇ ਗੁਣ ਅਵਗੁਣ ਨਹੀਂ ਵਿਚਾਰਦਾ ਮਾਲਕ ਪਰਮਾਤਮਾ। ਭੂਲਾ ਮਾਰਗ ਪਾਇਓਨ, ਭੁੱਲੇ ਨੂੰ ਮਾਰਗ ਪਾ ਦਿੰਦਾ ਹੈ ਮਾਲਕ ਪਰਮਾਤਮਾ। ਜਿਹੜਾ ਮਾਰਗ 'ਤੇ ਚੱਲ ਪਿਆ ਇੱਕ ਵਾਰੀ, ਤੇ ਭਾਈ ਉਹਦੇ ਗੁਣ ਅਵਗੁਣ ਫਿਰ ਨਹੀਂ ਵਿਚਾਰਦਾ ਮਾਲਕ ਪਰਮਾਤਮਾ। ਬਸ ਮਾਰਗ 'ਤੇ ਚੱਲਣਾ ਹੈ। ਮਾਲਕ ਕਹਿੰਦਾ ਕਈ ਚੱਕ ਲਾ ਪਾਈ ਖੇਤ ਨੂੰ ਤੁਰ ਪਾ, ਬਸ। ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ। ਨਾਨਕ ਤਿਸ ਸਰਣਾਗਤੀ ਜੇ ਸਗਲ ਘਟਾ ਆਧਾਰ। ਮੈਂ ਤਾਂ ਉਸ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੈਗਾ ਆ, ਜਿਹੜੇ ਸਾਰੇ ਜੀਵਾਂ ਨੂੰ, ਸਾਰੇ ਹਿਰਦਿਆਂ ਦੇ ਆਸਰਾ ਦੇਣ ਵਾਲਾ ਹੈ, ਸਾਰਿਆਂ ਦੇ ਵਿੱਚ ਹੈਗਾ। ਸ੍ਰੀ ਰਾਗ ਮਹੱਲਾ ਪੰਜਵਾਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਉਸ ਸੱਚੇ ਮਾਲਕ ਪਰਮਾਤਮਾ ਨੂੰ ਆਪਾਂ ਨੂੰ ਰਸਨਾ ਦੇ ਨਾਲ ਸਿਮਰਨਾ ਚਾਹੀਦਾ ਹੈ, ਸੁਰਤ ਦੇ ਨਾਲ ਸਿਮਰਨਾ ਚਾਹੀਦਾ ਹੈ। ਇਹਦੇ ਨਾਲ ਮਨ ਔਰ ਤਨ ਨਿਰਮਲ ਹੋ ਜਾਂਦਾ ਹੈ। ਮਨ ਦੀ ਮੈਲ ਲੈ ਜਾਂਦੀ ਹੈ, ਤਨ ਦੀ ਮੈਲ ਵੀ ਲੈ ਜਾਂਦੀ ਹੈ ਭਾਈ। ਤਨ ਦੀ ਮੈਲ ਕੀ ਆ? ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਮੈਲੀਆਂ ਆ, ਇਹ ਪਦਾਰਥਾਂ ਵੱਲ, ਚੋਗੇ ਵੱਲ ਜਾਂਦੀਆਂ ਹੈ। ਇਹ ਮੈਲ, ਇਹ ਸੰਸਕਾਰ ਦੂਰ ਹੋ ਜਾਂਦੇ ਆ। ਰਸਨਾ ਸੱਚਾ ਸਿਮਰ, ਕਿਉਂਕਿ ਆਪਾਂ ਨੂੰ ਇਹ ਜਿਹੜੀਆਂ ਹੈਗੀਆਂ, ਇਹ ਆਪਾਂ ਨੂੰ ਨੈਗੇਟਿਵਿਟੀ ਵੱਲ ਖਿੱਚਦੀਆਂ ਆ, ਚੋਗੇ ਵੱਲ ਖਿੱਚਦੀਆਂ ਆ। ਫਿਰ ਜਿਹੜੀਆਂ ਨਿਰਮਲ ਹੋ ਜਾਂਦੀਆਂ, ਤੇ ਫਿਰ ਇਹ ਜਿਹੜੇ ਧਿਆਨ ਸਿਮਰਨ ਵੱਲ ਖਿੱਚਦੀਆਂ ਆ। ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨਾ ਖੋਏ। ਕਹਿੰਦੇ ਜਿੰਨੇ ਵੀ ਦੁਨੀਆ ਦੇ ਸਾਕ ਹੈਗੇ, ਸਾਰੇ ਦੇ ਸਾਰੇ, ਕਹਿੰਦੇ ਉਸ ਤੋਂ, ਪਰਮੇਸ਼ਰ ਤੋਂ ਬਗੈਰ ਜਿਹੜਾ ਹੈਗਾ, ਤਿਸ ਬਿਨ ਅਵਰ ਨਾ ਕੋਏ, ਉਸ ਤੋਂ ਬਗੈਰ, ਉਸ ਤੋਂ ਵੱਡਾ ਸਾਥੀ ਹੋਰ ਕੋਈ ਨਹੀਂ ਹੈਗਾ। ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੇ ਸੋਏ। ਜੇ ਕਿਤੇ ਮਾਲਕ ਪਰਮਾਤਮਾ ਦੀ ਮਿਹਰ ਹੋ ਜਾਏ ਤੇ ਉਹ ਇੱਕ ਪਲਕ ਝਪਕਣ ਦੇ ਸਮੇਂ ਤੱਕ ਵਿੱਚ ਵੀ ਨਹੀਂ ਵਿਸਰਦਾ ਪਾਏ। ਮਨ ਮੇਰੇ ਸਾਚਾ ਸੇਵ ਜਿਚਰ ਸਾਸ। हे ਮੇਰੇ ਮਨਾ ਦੇਖ ਲਾ, ਜਦ ਤੱਕ ਤੇਰੇ ਸਵਾਸ ਚੱਲ ਰਹੇ ਆ, ਤੇਰਾ ਸਰੀਰ ਹੈਗਾ, ਆਹੀ ਸੇਵਾ ਹੈਗੀ ਉਸ ਸੱਚੇ ਮਾਲਕ ਪਰਮਾਤਮਾ ਦੀ। ਇਹ ਸੇਵਾ ਕਰਦੇ ਰਹਿ। ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਵਿਨਾਸ਼। ਦੇਖ ਲਾ ਮੇਰੇ ਪਿਆਰਿਆ, ਇਸ ਸੱਚੀ ਸੇਵਾ, ਉਸ ਮਾਲਕ ਪਰਮਾਤਮਾ ਦੀ ਭਗਤੀ ਤੋਂ ਇਲਾਵਾ ਸਾਰਾ ਕੁਛ ਕੂੜਿਆ, ਸਾਰਾ ਕੁਛ ਜਿਹੜਾ ਹੈਗਾ ਮਾਇਆ ਹੈਗੀ। ਅੰਤੇ ਹੋਏ ਵਿਨਾਸ਼, ਇਹਨੇ ਅਖੀਰ 'ਚ ਬਿਨਸ ਜਾਣਾ ਆ। ਤੇਰਾ ਸਰੀਰ ਵੀ ਪਾਈ ਰਹਾਓ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ। ਉਹ ਮਾਲਕ ਪਰਮਾਤਮਾ ਨਿਰਮਲ ਹੈਗਾ, ਉਸ ਤੋਂ ਬਗੈਰ ਜਿਹੜਾ ਹੈਗਾ ਇਹ ਜੀਵਨ ਦੀ ਗਤੀ ਨਹੀਂ ਰੁਕਣੀ ਪਾਏ। ਇਹ ਜਿਹੜਾ ਹੈਗਾ ਪਹੀਆ ਜੂਨਾਂ ਦਾ ਨਹੀਂ ਥੰਮਣਾ। ਔਰ ਉਸ ਤੋਂ ਬਗੈਰ ਜਿਹੜਾ ਹੈਗਾ ਪਿਆਸ ਵੀ ਨਹੀਂ ਬੁਝਣੀ, ਰਿਹਾ ਵੀ ਨਹੀਂ ਜਾਂਦਾ। ਜਿਨ੍ਹਾਂ ਨੂੰ ਜਿਹੜਾ ਹੈਗਾ, ਜਿਹੜੇ ਅਭਿਆਸੀ ਹੁੰਦੇ ਆ, ਜਿਹੜੇ ਇਸ ਰਸਤੇ 'ਤੇ ਜਿਨ੍ਹਾਂ ਨੂੰ ਗੁਰੂ ਦੇ ਦੁਆਰਾ ਪਿਆਰ ਪੈ ਜਾਂਦਾ ਹੈ, ਉਹਨਾਂ ਦੀ ਅਵਸਥਾ ਦੱਸ ਰਹੇ ਆ। ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ। ਉਸ ਤੋਂ ਬਗੈਰ ਨਹੀਂ ਰਹਿਆ ਜਾਂਦਾ ਉਹਨਾਂ ਕੋਲੋਂ। ਕਿਉਂ? ਮੇਰੇ ਮਨ ਤਨ ਭੁੱਖ ਅਤ ਅਗਲੀ, ਕੋਈ ਆਣ ਮਿਲਾਵੇ ਮਾਏ।
ਕਹਿੰਦੇ ਮਨ ਵੀ, ਤਨ ਵੀ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਔਰ ਮਨ, ਸੁਰਤ ਸਾਰੀ ਦੀ ਸਾਰੀ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਭੁੱਖ ਪੈਦਾ ਹੋ ਜਾਂਦੀ ਹੈ। ਉਹ ਅੰਮ੍ਰਿਤ ਦੀ ਬਹੁਤੀ ਕੋਈ ਕਹਿੰਦੇ ਆ ਮੈਨੂੰ ਮਿਲਾ ਦੇ ਉਸ ਮਾਲਕ ਪਰਮਾਤਮਾ ਦੇ ਨਾਲ, ਕੋਈ ਆਣ ਮਿਲਾਵੇ ਮਾਏ, ਚਾਰੇ ਕੁੰਡਾਂ ਭਾਲੀਆਂ ਸ਼ਹਿ ਬਿਨ ਅਵਰ ਨਾ ਜਾਏ। ਕਹਿੰਦੇ ਚਾਰੋਂ ਕੁੰਡਾਂ, ਚਾਰੋਂ ਦਿਸ਼ਾਵਾਂ ਭਾਲ ਕੇ ਦੇਖ ਲੀਆਂ, ਉਸ ਮਾਲਕ ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਜਾਏ ਨਹੀਂ ਹੈ, ਕੋਈ ਹੋਰ ਸਥਾਨ ਨਹੀਂ ਹੈ, ਕੋਈ ਹੋਰ ਰਸਤਾ ਨਹੀਂ ਹੈਗਾ ਧਿਆਨ ਸਿਮਰਨ ਤੋਂ, ਉਸ ਮਾਲਕ ਪਰਮਾਤਮਾ ਦੀ ਭਗਤੀ ਤੋਂ ਇਲਾਵਾ ਛੁਡਾਉਣ ਵਾਲਾ। ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ। ਕਹਿੰਦੇ ਉਹਦੇ ਅੱਗੇ ਅਰਦਾਸ ਕਰ ਪਾਈ ਜਿਹੜਾ ਮਾਲਕ ਪਰਮਾਤਮਾ ਦੇ ਨਾਲ ਮਿਲਾ ਦੇ। ਉਹ ਗੁਰੂ ਤੋਂ ਬਗੈਰ ਕਿਸੇ ਨੇ ਮਿਲਾਉਣਾ ਨਹੀਂ ਹੈਗਾ। ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ, ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ। ਕਹਿੰਦੇ ਸਤਿਗੁਰੂ ਹੈ ਦਾਤਾ ਹੈਗਾ, ਨਾਮ ਦਾ ਦਾਤਾ ਹੈਗਾ ਭਾਈ, ਪੂਰਾ ਭੰਡਾਰਾ ਹੈਗਾ ਉਹਦੇ ਕੋਲ ਨਾਮ ਦਾ। ਸਦਾ ਸਦਾ ਸਲਾਹੀ ਹੈ ਅੰਤ ਨਾ ਪਾਰਾਵਾਰ। ਗੁਰੂ ਦੇ ਦੱਸੀ ਸੇਵਾ ਹਮੇਸ਼ਾ ਹਮੇਸ਼ਾ ਕਰਦੇ ਰਹੋ, ਪਰਮੇਸ਼ਰ ਨੂੰ ਸਲਾਉਂਦੇ ਰਹੋ। ਉਸ ਮਾਲਕ ਪਰਮਾਤਮਾ ਦਾ ਅੰਤ ਪਾਰਾਵਾਰ ਨਹੀਂ ਹੈਗਾ। ਕਿਹਨੂੰ ਸਲਾਹੀਏ? ਪਰਵਰਦਗਾਰ ਨੂੰ ਸਲਾਹੀਏ। ਪਰਵਰਦਗਾਰ ਸਲਾਹੀਏ। ਦੇਖੋ ਉੱਪਰ ਲਿਖਿਆ ਸਦਾ ਸਦਾ ਸਲਾਹੀਏ ਅੰਤ ਨਾ ਪਾਰਾਵਾਰ, ਜਿਹਦਾ ਅੰਤ ਪਾਰਾਵਾਰ ਨਹੀਂ ਹੈ। ਇੱਥੇ ਕਲੈਰਿਟੀ ਕੀਤੀ ਪਰਵਰਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ। ਕਹਿੰਦੇ ਉਸ ਮਾਲਕ ਦੇ ਤਮਾਸ਼ੇ ਚਲਤ ਅਨੇਕਾਂ ਹੀ ਹੈਗੇ ਭਾਈ। ਸਦਾ ਸਦਾ ਆਰਾਧੀਏ ਇਹ ਮਤ ਵਿਸੇਕ। ਕਹਿੰਦੇ ਉਹਦਾ ਸਿਮਰਨ, ਆਰਾਧਨਾ ਮਤਲਬ ਸਿਮਰਨ, ਇਹੀ ਕਹਿੰਦੇ ਸਭ ਤੋਂ ਵਿਸ਼ੇਸ਼ ਮਤ ਹੈਗੀ ਭਾਈ। ਵਿਵੇਕ ਬੁੱਧੀ ਆਹੀ ਹੈਗੀ। ਸਦਾ ਸਦਾ ਆਰਾਧੀਏ ਇਹ ਮਤ ਵਿਸੇਕ, ਮਨ ਤਨ ਮਿੱਠਾ ਤਿਸ ਲਗੈ ਜਿਸ ਮਸਤਕ ਨਾਨਕ ਲੇਖ। ਕਹਿੰਦੇ ਮਨ ਨੂੰ ਵੀ ਔਰ ਤਨ ਨੂੰ ਵੀ, ਦੋਨਾਂ ਨੂੰ ਮਿੱਠਾ ਲੱਗਣਾ ਹੈ ਭਾਈ। ਜਿਹਦੇ ਮੱਥੇ ਤੇ ਲੇਖ ਹੈਗੇ ਆ, ਜਿਹਦੇ ਮੱਥੇ ਤੇ ਭਗਤੀ ਦੇ ਲੇਖ ਹੈ, ਜਿਹੜਾ ਆਰਾਧਨਾ ਕਰ ਰਿਹਾ ਹੈ, ਜਿਹੜਾ ਸਲਾਹ ਰਿਹਾ ਪਰਮੇਸ਼ਰ ਨੂੰ, ਜਿਹਦੇ ਕੋਲ ਜਿਹਦੇ ਕੋਲ ਨਾਮ ਦੇ ਪਾਸੇ ਲੱਗ ਗਿਆ, ਉਹਦੇ ਮੱਥੇ ਤੇ ਲੇਖ ਹੈ ਭਾਈ। ਸਿਰਾਗ ਮਹੱਲਾ ਪੰਜਵਾਂ। ਸੰਤ ਜਨੋ ਮਿਲ ਪਾਈਓ ਸੱਚਾ ਨਾਮ ਸੰਭਾਲ, ਹੇ ਸੰਤੋ ਹੇ ਅਭਿਆਸੀਓ। ਮਿਲ ਕੇ ਉਸ ਪਰਮੇਸ਼ਰ ਦਾ, ਹੇ ਭਰਾਵੋ ਉਸ ਪਰਮੇਸ਼ਰ ਦੇ ਨਾਮ ਨੂੰ ਸੰਭਾਲ ਲਓ, ਪਰਮੇਸ਼ਰ ਦਾ ਧਿਆਨ ਸਿਮਰਨ ਕਰੋ। ਇਹ ਜਿਹੜਾ ਹੈਗਾ ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ, ਆਹੀ ਆ ਭਾਈ ਖਰਚ। ਤੋਸਾ ਆਹੀ ਆ ਤੋਸਾ। ਇਹਦੇ ਨਾਲ ਹੀ ਭੁੱਖ ਜਿਹੜੀ ਹੈਗੀ ਆ ਇੱਥੇ ਲੋਕ ਪਰਲੋਕ ਦੇ ਵਿੱਚ ਜਿਹੜੀ ਹੈਗੀ ਆ, ਇਸੇ ਨੇ ਆਪਣੀ ਭੁੱਖ ਮਿਟਾਉਣੀ ਹੈ। ਤੋਸਾ ਬੰਦੋ ਜੀ ਕਾ ਆਤਮਾ ਦੀ ਭੁੱਖ, ਆਤਮਾ ਦਾ ਭੋਜਨ, ਆਤਮਾ ਦਾ ਭੋਜਨ। ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ। ਜੀ ਜਿਹੜਾ ਹੈਗਾ ਜੀਵ ਦਾ, ਆਹੀ ਜੀਵ ਦੀ ਖੁਰਾਕ ਹੈ ਭਾਈ, ਜਿਹਦੇ ਪਿੱਛੇ ਆਪਾਂ ਜਿਹੜੇ ਹੈ ਭਟਕਦੇ ਫਿਰ ਰਹੇ। ਤੋਸਾ ਬੰਦੋ ਜੀ ਕਾ ਇੱਥੇ ਉੱਥੇ ਨਾਲ। ਆਤਮਾ ਤਾਂ ਪਰਮਾਤਮਾ ਹੈਗੀ ਭਾਈ, ਉਹ ਤਾਂ ਰੱਜੀ ਹੋਈ ਆ ਪੂਰੀ। ਜੀ ਜਿਹੜਾ ਹੈਗਾ ਇਹੀ ਸੁਰਤ ਜਿਹੜੀ ਹੈਗੀ ਆਪਣੀ, ਇਹੀ ਭੁੱਖੀ ਹੈਗੀ। ਤੋਸਾ ਬੰਧੋ ਜੀ ਕਾ ਇੱਥੇ ਉੱਥੇ ਨਾਲ, ਗੁਰ ਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ। ਪੂਰੇ ਗੁਰੂ ਤੋਂ ਪਾਈ ਇਹ ਜਿਹੜਾ ਹੈਗਾ ਇਹ ਤੋਸਾ, ਇਹ ਸੱਚਾ ਨਾਮ ਪਾਇਆ ਜਾਂਦਾ ਹੈ ਜਦੋਂ ਮਾਲਕ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਹੈ। ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ। ਇਹ ਕਰਮ, ਇਹ ਐਕਸ਼ਨ ਉਸ ਮਾਲਕ ਪਰਮਾਤਮਾ ਦੀ ਮਿਹਰ ਦੇ ਨਾਲ ਉਸੇ ਨੂੰ ਪ੍ਰਾਪਤ ਹੁੰਦੀ ਹੈ ਭਾਈ, ਜਿਹਦੇ ਉੱਤੇ ਉਹ ਮਾਲਕ ਪਰਮਾਤਮਾ ਦਿਆਲ ਹੁੰਦਾ। ਸਾਰੇ ਦੇ ਸਾਰੇ ਸ਼ਬਦ ਦੇਖ ਲਓ ਮਨ ਨੂੰ ਐਡਰੈਸ ਕਰ ਰਹੇ। ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ। ਹੇ ਮੇਰੇ ਮਨਾ, ਦੇਖ ਲਾ ਗੁਰੂ ਤੋਂ ਬਰੋਬਰ ਦਾ ਹੋਰ ਕੋਈ ਨਹੀਂ ਹੈਗਾ। ਗੁਰੂ ਔਰ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ ਹੈਗਾ। ਉਹੀ ਸਾਗਰ ਹੈਗਾ, ਉਹੀ ਸਾਗਰ, ਦੋਨੋਂ ਉਹੀ ਸਾਗਰ ਹੈਗੇ। ਗੁਰੂ ਵੀ ਉਸੇ ਸਾਗਰ ਹੈ, ਉਹੀ ਸਾਗਰ ਹੈਗਾ। ਮੇਰੇ ਮਨ ਗੁਰ ਜੇਵੜ ਅਵਰ ਨਾ ਕੋਏ, ਦੂਜਾ ਥਾਂ ਨਾ ਕੋ ਸੁਝੈ, ਗੁਰ ਮੇਲੇ ਸੱਚ ਸੋਏ ਰਹਾਓ। ਹੋਰ ਕੋਈ ਥਾਮ ਨਹੀਂ ਹੈਗਾ ਗੁਰੂ ਤੋਂ ਬਗੈਰ, ਗੁਰੂ ਦੀ ਸ਼ਰਨ 'ਚ ਜਾਏ ਤੋਂ ਬਗੈਰ ਕੋਈ ਸੁੱਝਦਾ ਹੀ ਨਹੀਂ ਹੈਗਾ।
ਗੁਰੂ ਨੇ ਮਿਲਾਉਣਾ ਹੈ ਉਸ ਸੱਚੇ ਪਰਮਾਤਮਾ ਦੇ ਨਾਲ। ਰਹਾਓ ਸਗਲ ਪਦਾਰਥ ਤਿਸ ਮਿਲੇ ਜਿਨੇ ਗੁਰ ਡਿੱਠਾ ਜਾਏ। ਕਹਿੰਦੇ ਸਾਰੇ ਪਦਾਰਥ, ਆ ਦੇਖ ਲਓ ਪਦਾਰਥ ਲਿਖੇ ਹੋਏ ਆ ਭਾਈ ਸਾਰੇ ਦੇ ਸਾਰੇ, ਜਿਨ੍ਹਾਂ ਦੇ ਪਿੱਛੇ ਆਪਾਂ ਭਟਕ ਰਹੇ ਹਾਂ। ਸਗਲ ਪਦਾਰਥ ਤਿਸ ਮਿਲੇ ਜਿਨੇ ਗੁਰ ਡਿੱਠਾ ਜਾਏ, ਜਿਨ੍ਹਾਂ ਨੇ ਗੁਰੂ ਨੂੰ ਦੇਖ ਲਿਆ, ਜਿਹੜੇ ਗੁਰੂ ਦੇ ਲੜ ਲੱਗ ਗਏ। ਗੁਰ ਚਰਣੀ ਜਿਨ ਮਨ ਲਗਾ ਸੇ ਬੜ ਭਾਗੀ ਮਾਏ। ਇਹ ਮੇਰੀ ਮਾਂ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਦੇ ਨਾਲ ਲੱਗ ਗਿਆ। ਗੁਰੂ ਦੇ ਚਰਨ, ਪਰਮੇਸ਼ਰ ਦੇ ਚਰਨ ਇੱਕੋ ਹੀ ਹੈ ਭਾਈ। ਗੁਰ ਚਰਣੀ ਜਿਨ ਮਨ ਲਗਾ, ਗੁਰੂ ਦੀ ਸੇਵਾ ਪਰਮੇਸ਼ਰ ਦੀ ਸੇਵਾ ਇੱਕੋ ਹੀ ਹੈਗੀ। ਗੁਰ ਚਰਣੀ ਜਿਨ ਮਨ ਲਗਾ ਸੇ ਬੜ ਭਾਗੀ ਮਾਏ। ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮੇ ਰਹਾ ਸਮਾਏ। ਕਹਿੰਦੇ ਗੁਰੂ ਹੀ ਦਾਤਾ ਹੈ ਭਾਈ, ਗੁਰੂ ਸਮਰੱਥ ਹੈਗਾ, ਗੁਰੂ ਸਾਰਿਆਂ ਦੇ ਵਿੱਚ ਸਮਾਇਆ ਹੋਇਆ। ਗੁਰੂ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ ਭਾਈ। ਜਿਹੜੀ ਵੀ ਬੂੰਦ ਸਾਗਰ ਦੇ ਵਿੱਚ ਮਿਲ ਜਾਂਦੀ ਹੈ, ਸਾਗਰ ਹੀ ਹੋ ਜਾਂਦੀ ਹੈ ਉਹ। ਗੁਰਦਾਤਾ ਸਮਰੱਥ ਗੁਰ, ਗੁਰ ਸਭ ਮੇ ਰਹਾ ਸਮਾਏ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲੈ ਤਰਾਏ। ਗੁਰੂ ਕਹਿੰਦੇ ਕੌਣ ਆ? ਪਰਮੇਸ਼ਰ ਪਾਰ ਬ੍ਰਹਮ। ਗੁਰੂ ਡੁੱਬਦੇ ਨੂੰ ਤਰਾ ਲੈਂਦਾ ਹੈ ਭਾਈ, ਗੁਰੂ ਡੁੱਬਦੇ ਨੂੰ ਤਰਾ ਲੈਂਦਾ ਹੈ। ਇਹ ਸੰਸਾਰ ਸਮੁੰਦਰ ਦੇ ਵਿੱਚ ਆਪਾਂ ਕਦੋਂ ਦੇ ਗੋਤੇ ਖਾ ਰਹੇ ਹਾਂ। ਜੇ ਤਰਨਾ ਚਾਹੀਏ, ਤਰਨਾ ਹੈਗਾ ਤੇ ਭਾਈ ਗੁਰੂ ਦੀ ਸ਼ਰਨ 'ਚ ਜਾਣਾ ਪਊਗਾ। ਕਿਤ ਮੁਖ ਗੁਰ ਸਲਾਹੀਏ ਕਰਨ ਕਾਰਨ ਸਮਰੱਥ। ਕਹਿੰਦੇ ਗੁਰੂ ਨੂੰ ਕਿਹੜੇ ਮੁਖ ਦੇ ਨਾਲ ਸਲਾਹਾਂ ਮੈਂ, ਕਿਹੜੇ ਮੁਖ ਦੇ ਨਾਲ ਗੁਰੂ ਨੂੰ ਸਲਾਹਾਂ? ਉਹ ਤਾਂ ਸਭ ਕੁਝ ਕਰਨ ਕਾਰਨ ਦੇ ਸਮਰੱਥ ਹੈਗਾ। ਸੇ ਮੱਥੇ ਨੇ ਚੱਲ ਰਹੇ ਜਿਨ ਗੁਰ ਤਾਰਿਆ ਹੱਥ। ਕਹਿੰਦੇ ਉਹ ਇਨਸਾਨ ਉਹ ਅਭਿਆਸੀ ਜਿਨ੍ਹਾਂ ਨੇ ਉਹ ਮੱਥੇ ਨੇਚਲ ਹੋ ਗਏ ਭਾਈ, ਜਿਨ੍ਹਾਂ ਦੇ ਮੱਥੇ ਤੇ ਗੁਰੂ ਨੇ ਹੱਥ ਰੱਖ ਦਿੱਤਾ। ਗੁਰੂ ਦਾ ਹੱਥ ਕੀ ਹੈਗਾ? ਗੁਰੂ ਦੀ ਮੱਤ। ਜਿਨ੍ਹਾਂ ਨੂੰ ਗੁਰੂ ਦੀ ਮੱਤ ਮਿਲ ਗਈ, ਜਿਨ੍ਹਾਂ ਨੂੰ ਧਿਆਨ ਸਿਮਰਨ ਮਿਲ ਗਿਆ, ਜਿਨ੍ਹਾਂ ਨੂੰ ਪ੍ਰੇਮਾ ਭਗਤੀ ਮਿਲ ਗਈ, ਜਿਨ੍ਹਾਂ ਨੂੰ ਸਹੀ ਰਸਤਾ ਮਿਲ ਗਿਆ। ਸੇ ਮੱਥੇ ਨੇ ਚੱਲ ਰਹੇ ਜਿਨ ਗੁਰੇ ਤਾਰਿਆ ਹੱਥ, ਗੁਰੇ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ। ਗੁਰੂ ਨੇ ਉਹ ਅੰਮ੍ਰਿਤ ਰਸ ਪਿਲਾ ਦਿੱਤਾ। ਪਥ ਕਹਿੰਦੇ ਆ ਔਸ਼ਧੀ, ਐਸੀ ਦਵਾਈ ਦੇ ਦਿੱਤੀ ਕਿ ਜਨਮ ਮਰਨ ਦਾ ਗੇੜਾ ਹੀ ਖਤਮ ਹੋ ਗਿਆ। ਗੁਰੇ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ। ਗੁਰ ਪਰਮੇਸ਼ਰ ਸੇਵਿਆ ਪਹਿ ਪੰਜਨ ਦੁਖ ਲੱਥ। ਆ ਦੇਖ ਲਓ ਭਾਈ, ਗੁਰ ਪਰਮੇਸ਼ਰ, ਗੁਰੂ ਪਰਮੇਸ਼ਰ ਇੱਕੋ ਹੀ ਹੈਗੇ ਭਾਈ। ਗੁਰ ਪਰਮੇਸ਼ਰ ਇੱਕੋ ਹੀ ਸੇਵਾ ਹੈਗੀ ਆ। ਗੁਰ ਧਿਆਨ ਸਿਮਰਨ ਆਹੀ ਸੇਵਾ ਹੈ। ਆਪਣੇ ਆਪ ਨੂੰ ਜਿਹੜਾ ਹੈਗਾ, ਆਪਣੇ ਆਪ ਨੂੰ ਜਿਹੜਾ ਹੈਗਾ ਸਥਿਰ ਕਰ ਦੇਣਾ, ਸ਼ਿਥਲ ਕਰ ਦੇਣਾ ਆਪਣੇ ਆਪ ਨੂੰ, ਮਨ ਨੂੰ, ਚਿੱਤ ਨੂੰ, ਬੁੱਧੀ ਨੂੰ, ਸੁਰਤ ਨੂੰ, ਸਾਰਾ ਜਿਹੜਾ ਹੈਗਾ ਟਿਕਾ ਦੇਣਾ, ਸ਼ਟ ਡਾਊਨ ਕਰ ਦੇਣਾ। ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਸਮਰੱਥ, ਪੈ ਪੰਜਨ ਦੁੱਖ ਲੱਥ। ਇਹ ਸਾਰੇ ਮਾਇਆ ਦਾ ਪੈ ਦੂਰ ਕਰਨ ਵਾਲਾ ਹੈ, ਭੰਨਣ ਵਾਲਾ ਹੈ, ਦੁੱਖਾਂ ਨੂੰ ਲਾਉਣ ਵਾਲਾ ਹੈ ਗੁਰੂ ਪਰਮੇਸ਼ਰ। ਆਹੀ ਪ੍ਰੇਮਾ ਭਗਤੀ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਕਹਿੰਦੇ ਸਤਿਗੁਰ ਜਿਹੜਾ ਹੈਗਾ ਗਹਿਰਾ ਹੈਗਾ, ਗੰਭੀਰ ਹੈਗਾ, ਸੁੱਖਾਂ ਦਾ ਸਾਗਰ ਹੈਗਾ ਔਰ ਪਾਪਾਂ ਨੂੰ ਖੰਡਨ ਕਰਨ ਵਾਲਾ ਹੈਗਾ। ਅਗ ਕਹਿੰਦੇ ਉੱਗੇ ਪਾਪ। ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ। ਕਹਿੰਦੇ ਜਿਸਨੇ ਵੀ ਗੁਰੂ ਦੇ ਅਨੁਸਾਰ ਆਪਣੇ ਗੁਰੂ ਦੇ ਅਨੁਸਾਰ ਸੇਵਾ ਕੀਤੀ, ਜੋ ਗੁਰੂ ਦੱਸ ਰਿਹਾ ਸੇਵਾ ਉਹ ਸੇਵਾ ਕੀਤੀ, ਪਰਮੇਸ਼ਰ ਦਾ ਧਿਆਨ ਸਿਮਰਨ ਕੀਤਾ, ਜਮਦੂਤ ਨਾ ਲਾਗੇ ਡੰਡ। ਜਮਦੂਤ ਕਹਿੰਦੇ ਆ ਉਹਨੂੰ ਡੰਡ ਨਹੀਂ ਲਾ ਸਕਦੇ। ਉਹ ਕਾਲ ਤੋਂ ਜਿਹੜਾ ਹੈਗਾ ਧਰਮਰਾਜ ਦੀ ਕਚਹਿਰੀ ਤੋਂ ਬਰੀ ਹੋ ਗਿਆ। ਗੁਰ ਨਾਲ ਤੁਲ ਨਾ ਲੱਗਈ ਖੋਜ ਡਿੱਠਾ ਬ੍ਰਹਮੰਡ। ਕਹਿੰਦੇ ਮੈਂ ਪੂਰਾ ਬ੍ਰਹਮੰਡ ਖੋਜ ਕੇ ਦੇਖ ਲਿਆ ਵੀ ਗੁਰੂ ਦੇ ਬਰੋਬਰ ਦਾ ਹੋਰ ਕੋਈ ਮੈਨੂੰ ਨਜ਼ਰ ਨਹੀਂ ਆਉਂਦਾ। ਪਰਮੇਸ਼ਰ ਦਾ ਬਰੋਬਰ ਦਾ ਕੋਈ ਨਹੀਂ ਹੈਗਾ। ਗੁਰੂ ਵੀ ਪਰਮੇਸ਼ਰ ਹੀ ਹੈਗਾ ਭਾਈ। ਬੂੰਦ ਸਾਗਰ ਦੇ ਵਿੱਚ ਆ, ਉਹਦੇ ਮੁਕਾਬਲੇ ਦਾ ਵੀ ਕੋਈ ਦੂਸਰਾ ਨਹੀਂ ਨਜ਼ਰ ਆਏਗਾ। ਗੁਰੂ ਨਾਲ ਜਿਹੜੀ ਬੂੰਦ ਸਾਗਰ ਦੇ ਵਿੱਚ ਹੋ ਗਈ, ਸਾਗਰ ਹੋ ਗਈ ਭਾਈ। ਗੁਰੂ ਨਾਲ ਤੁਲ ਨਾ ਲੱਗ ਗਈ ਖੋਜ ਡਿੱਠਾ ਬ੍ਰਹਮੰਡ। ਪੂਰਾ ਬ੍ਰਹਮੰਡ ਖੋਜ ਕੇ ਦੇਖ ਲਿਆ। ਨਾਮ ਨਿਧਾਨ ਸਤਿਗੁਰੇ ਦੀਆ, ਸੁਖ ਨਾਨਕ ਮਨ ਮੈਂ ਮੰਡ। ਕਹਿੰਦੇ ਨਾਮ ਦਾ ਖਜ਼ਾਨਾ, ਨਾਮ ਖਜ਼ਾਨਾ
ਸਤਿਗੁਰੂ ਨੇ ਦੇ ਦਿੱਤਾ। ਉਸ ਅਭਿਆਸੀ ਨੂੰ ਜਿਹਨੇ ਗੁਰੂ ਨੂੰ ਸੇਵਿਆ, ਕਹਿੰਦੇ ਉਸਨੇ ਸਾਰੇ ਸੁੱਖ ਆਪਣੇ ਮਨ ਦੇ ਵਿੱਚ ਪੁੰਚ ਲਏ ਭਾਈ, ਮਾਣ ਲਏ। ਸ੍ਰੀ ਰਾਗ ਮਹੱਲਾ ਪੰਜਵਾਂ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਕਹਿੰਦੇ ਮਾਇਆ ਭਾਈ ਐਸੀ ਹੈਗੀ, ਇਹ ਚੋਗਾ ਐਸਾ ਹੈਗਾ, ਐਸਾ ਚੋਗਾ ਖਿਲ ਰਿਹਾ ਪਿਆ ਆ। ਕਹਿੰਦੇ ਇਹਨੂੰ ਜਿਹੜਾ ਵੀ ਇਹਨੂੰ ਜਿਹੜਾ ਹੈਗਾ ਆਪਾਂ ਨੂੰ ਇਹ ਮਿੱਠੇ ਆ, ਕਿਉਂਕਿ ਇਹਦੇ ਅੰਦਰ ਮਿਠਾਸ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ। ਇਹ ਸਵਾਦਾਂ ਦੇ ਵਿੱਚ ਅੱਖਾਂ ਦੇ, ਕੰਨਾਂ ਦੇ, ਜੀਭ ਦੇ, ਸਾਰੇ ਇੰਦਰੀ ਦੇ ਸਾਰੇ ਸਵਾਦ ਆ, ਇਹਨਾਂ ਨੂੰ ਇਹ ਮਿੱਠੇ ਹੈਗੇ, ਚੰਗੇ ਲੱਗਦੇ ਆ। ਪਰ ਕਹਿੰਦੇ ਖਾ ਤਾਂ ਲੈਣਾ ਚੰਗੇ ਸਮਝ ਕੇ, ਪਰ ਇਹਦੇ ਨਾਲ ਜਿਹੜਾ ਹੈਗਾ ਇਹਦਾ ਰਿਜ਼ਲਟ ਜਿਹੜਾ ਹੈਗਾ ਨਾ ਇਹ ਕੌੜਾ ਹੁੰਦਾ, ਜ਼ਹਿਰ ਹੈਗੀ ਭਾਈ, ਇਹ ਜ਼ਹਿਰ ਹੈਗੀ। ਤੈਨੂੰ ਜਿਹੜਾ ਹੈਗਾ ਇਹਦਾ ਰਿਜ਼ਲਟ ਔਖਾ, ਇਹਦੇ ਨਾਲ ਰੋਗ ਪੈਦਾ ਹੋ ਜਾਂਦੇ ਆ, ਮਨ ਦੇ ਵੀ ਰੋਗ, ਤਨ ਦੇ ਵੀ ਰੋਗ ਇਹਦੇ ਨਾਲ ਪੈਦਾ ਹੋ ਜਾਂਦੇ ਆ। ਪਿਆਰਿਆ ਆਹ ਗੱਲ ਨੂੰ ਸਮਝ ਲੈ ਚੰਗੀ ਤਰ੍ਹਾਂ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਕਹਿੰਦਾ ਇਹਦਾ ਸਵਾਦ ਜਿਹੜਾ ਹੈਗਾ ਨਾ, ਇਹਦਾ ਰਿਜ਼ਲਟ ਜਿਹੜਾ ਹੈਗਾ ਉਹ ਕੌੜਾ ਹੈਗਾ ਭਾਈ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਆਹ ਜਿਹੜਾ ਚੋਗਾ ਹੈਗਾ ਨਾ ਭਾਈ, ਇਹ ਚੋਗਾ ਆਹੀ ਖੇਡ ਹੈ ਮਾਲਕ ਪਰਮਾਤਮਾ ਦੀ। ਉਹਨੇ ਜਾਲ ਵਿਛਾਇਆ ਹੋਇਆ ਆ, ਅੰਦਰ ਚੋਗਾ ਪਾਇਆ ਹੋਇਆ ਆ। ਬਸ ਆਪਾਂ ਜਿਹੜੇ ਹੈਗੇ ਦੇਖ ਕੇ, ਇਹ ਪੰਛੀ ਜਿਹੜਾ ਹੈਗਾ ਦੇਖ ਕੇ ਜਾ ਕੇ ਫਸਦਾ ਹੈ ਚੋਗੇ ਦੇ ਉੱਤੇ, ਜਾਲ ਦਾ ਨਹੀਂ ਪਤਾ ਲੱਗਦਾ। ਬਸ ਉਹ ਜਾਲ ਦੇ ਵਿੱਚ ਫਸ ਕੇ ਫਿਰ ਜਿਹੜਾ ਨਿਕਲ ਨਹੀਂ ਪਾਉਂਦਾ, ਖੰਭ ਟੁੱਟ ਜਾਂਦੇ ਆ ਭਾਈ। ਇਹਦੇ ਲਈ ਨਾ ਇੱਕ ਪਹਿਲੀ ਪਾਤਸ਼ਾਹੀ ਦਾ ਦੱਖਣੀ ਓਂਕਾਰ ਦੇ ਵਿੱਚ ਹੈਗਾ, ਉਹ ਲਈਏ ਆਪਾਂ ਉਹ ਅੰਗ ਤਰਵਰ ਕਾਇਆ ਪੰਖ ਮਨ, ਜਿਹੜਾ ਹੈਗਾ ਉਹ 33 ਨੰਬਰ ਹੈਗਾ, ਜਿਹੜੇ ਉਹਦੇ ਆਪਣੇ ਦੱਖਣੀ ਓਂਕਾਰ ਦੀ ਬਾਣੀ ਹੈਗਾ, ਉਹਦੇ ਵਿੱਚ ਨੰਬਰ ਪਏ ਹੋਏ, 33 ਨੰਬਰ ਲੈ ਰਹੇ ਹਾਂ ਅਸੀਂ। ਤਰਵਰ ਕਾਇਆ ਪੰਖ ਮਨ ਤਰਵਰੇ ਪੰਖੀ ਪੰਚ। ਕਹਿੰਦੇ ਤਰਵਰ ਜਿਹੜਾ ਹੈਗਾ, ਇਹ ਸਰੀਰ ਜਿਹੜਾ ਮਿਲਿਆ ਹੋਇਆ ਇਨਸਾਨ ਨੂੰ, ਇਹ ਦਰਖਤ ਹੈਗਾ, ਇੱਕ ਦਰਖਤ ਹੈਗਾ। ਇਹਦੇ ਵਿੱਚ ਪੰਖ ਮਨ ਪਕਸ਼ੀ ਹੈਗਾ, ਮਨ ਹੈਗਾ, ਮਨ ਰੂਪੀ ਪਕਸ਼ੀ ਇਸ ਸਰੀਰ ਦੇ ਵਿੱਚ ਹੈਗਾ, ਇਸ ਦਰਖਤ ਦੇ ਉੱਤੇ ਹੈਗਾ। ਤਰਵਰੇ ਪੰਖੀ ਪੰਚ। ਇਸ ਮਨ ਰੂਪੀ ਪਕਸ਼ੀ ਦੇ ਕੋਲ 5 ਜਿਹੜੀਆਂ ਹੈਗੀਆਂ ਗਿਆਨ ਇੰਦਰੀਆਂ ਹੈਗੀਆਂ, 5 ਗਿਆਨ ਇੰਦਰੀਆਂ ਹੈਗੀਆਂ ਇਹਦੇ ਕੋਲ। ਤਰਵਰ ਕਾਇਆ ਪੰਖ ਮਨ ਤਰਵਰੇ ਪੰਖੀ ਪੰਚ। ਜੇ ਤਰਵਰ ਤੇ ਰਹੇ ਇਨਸਾਨ, ਇਹ ਮਨ ਜਿਹੜਾ ਹੈਗਾ ਜੇ ਅੰਦਰ ਹੀ ਰਹੇ, ਦਰਖਤ ਦੇ ਉੱਤੇ ਹੀ ਰਹੇ, ਅੰਦਰ ਹੀ ਅੰਮ੍ਰਿਤ ਰਸ ਪੀਂਦਾ ਰਹੇ, ਤਾਂ ਭਾਈ ਬਚ ਜਾਊਗਾ। ਜੇ ਕਿਤੇ ਜਿਹੜਾ ਹੈਗਾ ਇਹਨਾਂ ਦੇ ਨਾਲ ਗਿਆਨ ਇੰਦਰੀਆਂ ਦੇ ਰਾਹੀਂ, ਜੋ ਗਿਆਨ ਇੰਦਰੀਆਂ ਦੇ ਰਹੀਆਂ ਬਾਹਰ ਦਾ ਚੋਗਾ ਦੱਸਣਗੀਆਂ, ਦਿਖਾਉਣਗੀਆਂ, ਜੇ ਇਹਨੇ ਬਾਹਰ ਦੇ ਚੋਗੇ ਦੇ ਉੱਤੇ ਚਲਾ ਗਿਆ, ਫਿਰ ਫਸ ਗਿਆ ਭਾਈ। ਫਿਰ ਅੱਗੇ ਕੀ ਹੁੰਦਾ? ਆਹ ਸ਼ਬਦ ਆਪਾਂ ਲਈਏ, ਤਰਵਰ ਕਾਇਆ ਪੰਖ ਮਨ ਤਰਵਰੇ ਪੰਖੀ ਪੰਚ। ਤਤ ਚੁਗੈ ਮਿਲ ਏਕ ਸੇ ਤਿਨ ਕੋ ਫਾਂਸ ਨਾ ਰੰਚ। ਕਹਿੰਦੇ ਜਿਹੜੇ ਤੱਤ ਪਰਮੇਸ਼ਰ ਦਾ ਨਾਮ, ਇੱਕ ਪਰਮੇਸ਼ਰ ਦਾ ਨਾਮ, ਇੱਕ ਦੇ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਚੁਗਦੇ ਆ, ਕਹਿੰਦੇ ਉਹਨਾਂ ਨੂੰ ਫਸਦੇ ਹੀ ਨਹੀਂ ਆ, ਰੰਚਕ ਮਾਤਰ ਵੀ ਨਹੀਂ ਫਸਦੇ ਇਸ ਚੋਗੇ ਦੇ ਉੱਤੇ, ਇਸ ਜਾਲ ਦੇ ਵਿੱਚ। ਜਿਹੜਾ ਜਾਲ ਮਾਲਕ ਪਰਮਾਤਮਾ ਨੇ ਪਾਇਆ ਹੋਇਆ, ਇਸ ਜਾਲ ਦੇ ਵਿੱਚ ਨਹੀਂ ਫਸਦੇ ਉਹ ਪੰਛੀ ਜਿਹੜੇ ਦਰਖਤ 'ਤੇ ਹੀ ਰਹਿੰਦੇ ਆ ਔਰ ਨਾਮ ਧਿਆਨ ਸਿਮਰਨ ਕਰਦੇ ਆ, ਤੱਤ ਵਸਤੂ ਨਾਮ ਨੂੰ ਚੁਗਦੇ ਆ, ਉਹ ਨਹੀਂ ਫਸਦੇ ਪਾਏ, ਰੰਚਕ ਮਾਤਰ ਵੀ ਨਹੀਂ ਫਸਦੇ। ਤਤ ਚੁਗੈ ਮਿਲ ਏਕ ਸੇ ਤਿਨ ਕੋ ਫਾਂਸ ਨਾ ਰੰਚ। ਉਡੈ ਤਾਂ ਬੇਗੁਲ ਬੇਗੁਲੇ ਤਾਕੈ ਚੋਗ ਘਣੀ। ਕਹਿੰਦੇ ਉਹ ਭਾਈ, ਉਹ ਪੰਛੀ ਜਿਹੜੇ ਹੈਗੇ ਆ, ਜਿਹੜੇ ਦਬਾ ਦਬ ਬੇਗ ਦੇ ਨਾਲ ਉੱਡਦੇ ਆ, ਤੇਜ਼ੀ ਦੇ ਨਾਲ ਤੱਕਦੇ ਆ ਚੋਗਾ, ਅੱਖਾਂ ਨੇ ਰੂਪ ਦਿਖਾ ਦਿੱਤਾ, ਪਰਾਇਆ ਤਨ, ਬਸ ਸਵਾਦ ਦੇਖ ਲੈ, ਰਸ ਦੇਖ ਲੈ, ਦੁਨੀਆ ਦੇ ਪਦਾਰਥ ਦੇਖ ਲੈ, ਕੰਨਾਂ ਨੇ ਜਿਹੜਾ ਹੈਗਾ, ਹੋਰ ਜਿਹੜਾ ਹੈਗਾ, ਇਹ ਜਿਹੜਾ ਹੈਗਾ ਅੱਜ ਕੱਲ੍ਹ ਦੇਖ ਲਓ ਆਪਣਾ ਮੋਬਾਈਲ, ਇੰਟਰਨੈਟ, ਇਹ ਸਾਰਾ ਦਾ ਸਾਰਾ ਚੋਗਾ, ਸਾਰਾ ਦਾ ਸਾਰਾ ਚੋਗਾ
ਇਹਦੇ ਵਿੱਚ ਕਿੰਨੇ ਆਵਰਸ ਕਿੰਨਾ ਟਾਈਮ ਜਿਹੜਾ ਇਨਸਾਨ ਦਾ ਚਲੇ ਜਾਂਦਾ ਇਹਦੇ ਵਿੱਚ। ਪੁੱਛੋ ਤਾਂ ਕਹਿੰਦੇ ਜੀ ਅਸੀਂ ਤਾਂ ਜੀ ਆਹੀ ਦੇਖ ਰਹੇ ਹਾਂ, ਅਸੀਂ ਤਾਂ ਜੀ ਇਹ ਗੁਰਬਾਣੀ ਵੀ ਉਸ ਕੀਰਤਨ ਸੁਣ ਰਹੇ ਹਾਂ ਜਾਂ ਕਥਾ ਸੁਣ ਰਹੇ ਹਾਂ, ਆਹੀ ਸੁਣ ਰਹੇ ਹਾਂ। ਪਰ ਦੇਖੋ ਜੇ ਇਹੀ ਕੁਛ ਕਰਦੇ ਹੋ ਤਾਂ ਫਿਰ ਕਾਮ ਕ੍ਰੋਧ ਲੋਭ ਹੰਕਾਰ ਜਾਂ ਜਿਹੜਾ ਨਿੰਦਾ ਚੁਗਲੀ ਈਰਖਾ, ਇਹ ਚੀਜ਼ਾਂ ਕਿਉਂ ਨਹੀਂ ਠੀਕ ਹੋ ਰਹੀਆਂ? ਕਿਉਂ ਤੁਸੀਂ ਖਪ ਰਹੇ ਹੋ? ਕਿਉਂ ਦੁਖੀ ਹੋ ਰਹੇ ਆ? ਫਿਰ ਜੇ ਆਹੀ ਚੀਜ਼ ਹੋ ਰਹੀ ਹੋਏ ਤੇ ਉੜੈ ਤਾਂ ਬੇਗੁਲੇ ਤਾਕੇ ਚੋਗ ਘਣੀ। ਆਪਣੇ ਨਾਲ ਆਪਾਂ ਨੂੰ ਜਿਹੜੀ ਹੈਗੀ ਆ ਇਮਾਨਦਾਰੀ ਦੱਸਣੀ ਚਾਹੀਦੀ ਹੈ। ਭਾਈ ਇਮਾਨਦਾਰੀ, ਆਪਣੇ ਨਾਲ ਧੋਖਾ ਕਰਕੇ ਕੀ ਮਿਲਣਾ ਹੈ? ਉੜੈ ਤਾਂ ਬੇਗੁਲੇ ਤਾਕੇ ਚੋਗ ਘਣੀ। ਬਸ ਕਹਿੰਦੇ ਚੋਗਾ ਦਿਸ ਪਿਆ, ਜਾਲ ਨਹੀਂ ਦਿਖਿਆ, ਬਸ ਫਟਾਫਟ ਜਾ ਕੇ ਚੋਗੇ ਤੇ ਬੈਠ ਗਏ। ਉੜੇ ਤਾਂ ਬੇਗੁਲੇ ਤਾਕੇ ਚੋਗ ਘਣੀ ਚੋਗਾ ਪਾਈ ਹੋਈ ਹੈ, ਘਣਾ ਚੋਗਾ ਪਾਇਆ ਮਾਲਕ ਨੇ। ਪੰਖ ਟੁੱਟੇ ਫਾਹੀ ਪੜੀ, ਅਵਗੁਣੇ ਭੀੜ ਬਣੀ। ਕਹਿੰਦੇ ਖੰਭ ਟੁੱਟ ਗਏ ਭਾਈ, ਖੰਭ ਟੁੱਟ ਗਏ, ਹੁਣ ਨਹੀਂ ਵਾਪਸ ਆ ਸਕਦਾ, ਹੁਣ ਨਹੀਂ ਆ ਸਕਦਾ। ਕਿਉਂਕਿ ਜਿਹੜਾ ਹੈਗਾ ਸਵਾਦ ਆ ਗਿਆ ਚੋਗੇ ਦਾ, ਸਵਾਦ ਆ ਗਿਆ ਚੋਗੇ ਦਾ ਭਾਈ। ਬਾਰ ਰਸ ਜਿਹੜਾ ਉਸੇ ਰਸ ਨੂੰ ਮਾਨੇ ਕਹਿਣਾ, ਮਾਨਣ ਵਾਸਤੇ। ਪੰਖ ਟੁੱਟੇ ਫਾਹੀ ਪੜੀ, ਫਾਹੀ ਪੈ ਗਈ ਭਾਈ, ਜਾਲ ਪੈ ਗਿਆ। ਅਵਗੁਣਾਂ ਦੀ ਭੀੜ ਬਣ ਗਈ, ਸੰਸਕਾਰ ਬਣ ਗਏ। ਅਵਗੁਣ ਇਸ ਤਰ੍ਹਾਂ ਮੈਲਾ ਸਰੀਰ ਮੈਲਾ ਹੋ ਗਿਆ, ਕਾਮ ਕ੍ਰੋਧ ਤੋਂ ਹੰਕਾਰ ਦੇ ਨਾਲ ਕਾਰਨ ਸਰੀਰ ਵੱਧ ਗਿਆ। ਬਿਨ ਸਾਚੇ ਕਿਉਂ ਛੂਟੀ ਹੈ, ਹਰ ਗੁਣ ਕਰਮੇ ਮਣੀ। ਕਹਿੰਦੇ ਉਹ ਮਣੀ ਜਿਹੜੀ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਕਰਮਾਂ ਦੇ ਨਾਲ ਮਿਲਦਾ ਆ। ਉਸ ਮਾਲਕ ਪਰਮਾਤਮਾ ਤੋਂ, ਉਸ ਮਾਲਕ ਪਰਮਾਤਮਾ ਦੇ ਧਿਆਨ ਸਿਮਰਨ ਤੋਂ ਬਗੈਰ ਕਿਸ ਤਰ੍ਹਾਂ ਛੁੱਟ ਸਕਦਾ ਆ ਭਾਈ? ਹੁਣ ਬਿਨ ਸਾਚੇ ਕਿਉਂ ਛੂਟੀਏ, ਹਰ ਗੁਣ ਕਰ ਮੈਂ ਮਾਣੀ। ਆਪ ਛਡਾਏ ਛੂਟੀਏ, ਵੱਡਾ ਆਪ ਧਣੀ। ਕਹਿੰਦੇ ਮਾਲਕਾ ਤੂੰ ਛਡਾਏਂਗਾ ਤਾਂ ਛੁੱਟ ਸਕਦਾ ਹੈ, ਤੂੰ ਹੀ ਵੱਡਾ ਧਣੀ ਆ, ਮਾਲਕ ਹੈਗਾ ਆ। ਜੇ ਪੁਕਾਰ ਕਰੇ ਇਨਸਾਨ ਤੇ ਮਾਲਕ ਪਰਮਾਤਮਾ ਜਿਹੜਾ ਹੈਗਾ ਉੱਥੋਂ ਵੀ ਛਡਾ ਦਿੰਦਾ ਹੈ ਭਾਈ। ਆਪ ਛਡਾਏ ਛੂਟੀਏ, ਵੱਡਾ ਆਪ ਧਣੀ। ਗੁਰ ਪ੍ਰਸਾਦੀ ਛੂਟੀਏ, ਕਿਰਪਾ ਆਪ ਕਰੇ। ਮਾਲਕ ਕਿਰਪਾ ਕਰਦਾ ਹੈ, ਗੁਰੂ ਨੂੰ ਮਿਲਾ ਦਿੰਦਾ ਹੈ, ਸਹੀ ਗਿਆਨ ਹੋ ਜਾਂਦਾ ਹੈ। ਇਨਸਾਨ ਜਿਹੜਾ ਹੈਗਾ ਧਿਆਨ ਸਿਮਰਨ ਦੇ ਦੁਆਰਾ ਬਾਹਰ ਨਿਕਲ ਜਾਂਦਾ ਹੈ। ਗੁਰ ਪ੍ਰਸਾਦੀ ਛੂਟੀਏ, ਕਿਰਪਾ ਆਪ ਕਰੇ। ਆਪਣੇ ਹਾਥ ਵਡਾਈਆਂ, ਜੈ ਪਾਵੇ ਤੈਂ ਦੇ। ਕਹਿੰਦੇ ਮਾਲਕ ਦੇ ਹੱਥ 'ਚ ਸਾਰੀਆਂ ਵਡਿਆਈਆਂ ਹੈਗੀਆਂ ਭਾਈ। ਜਿਹਨੂੰ ਪਾਉਂਦੀਆਂ ਆ, ਜਿਹੜਾ ਧਿਆਨ ਸਿਮਰਨ ਚਾਹੁੰਦਾ, ਜਿਹੜਾ ਨਿਕਲਣਾ ਚਾਹੁੰਦਾ ਹੈ, ਮਾਲਕ ਪਰਮਾਤਮਾ ਆਪ ਜਿਹੜਾ ਹੈਗਾ ਮਿਹਰ ਕਰ ਦਿੰਦਾ ਹੈ ਔਰ ਉਹਨੂੰ ਦੇ ਦਿੰਦਾ ਹੈ। ਇਸ ਕਰਕੇ ਭਾਈ ਇਹ ਚੋਗਾ ਜਿਹੜਾ ਹੈਗਾ ਇਹ ਮਾਲਕ ਵੱਲੋਂ ਜਿਹੜਾ ਹੈਗਾ, ਦੇਖੋ ਜਾਲ ਪਿਆ ਹੋਇਆ ਹੈ, ਅੰਦਰ ਚੋਗਾ ਹੈਗਾ, ਇਹਦੇ ਜਾਲ ਦੇ ਅੰਦਰ ਚੋਗਾ ਪਿਆ ਹੋਇਆ ਹੈ। ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ ਜੀ। ਹਾਂਜੀ। ਜਿਹੜਾ ਕਾਲ ਜਾਲ ਜੀਭਾ ਨੈਣੀ ਕਰਨੀ ਕਾਲ ਸੁਣੇ ਬਿਖ ਵੈਣੀ, ਉਹ ਇਹ ਚੀਜ਼ ਹੀ ਆਖਿਆ ਕਿ ਕਾਲ ਦਾ ਜਾਲ ਜਿਹੜਾ ਸਾਨੂੰ ਪਾਇਆ ਹੋਇਆ ਉਹਦੇ ਵਿੱਚੋਂ ਨਿਕਲਣ ਦੇ ਵਾਸਤੇ ਹੀ ਤੁਸੀਂ ਸਮਝਾ ਰਹੇ ਜੀ। ਹਾਂਜੀ, ਇਹਦੇ ਵਿੱਚੋਂ ਨਿਕਲਣਾ ਕਿੱਦਾਂ, ਫਸਦਾ ਹੀ ਨਹੀਂ ਬੰਦਾ ਜੀ। ਮਿਹਰਬਾਨੀ ਜੀ। ਇਹ ਕਾਲ ਦਾ ਜਾਲ ਵੀਰ ਜੀ, ਕਾਲ ਕੋਈ ਵੱਖਰਾ ਨਹੀਂ ਹੈਗਾ। ਕਾਲ ਦਾ ਜਾਲ ਵੀ ਉਸ ਮਾਲਕ ਪਰਮਾਤਮਾ ਨੇ ਹੀ ਪਾਇਆ ਹੋਇਆ। ਇਹੀ ਤਾਂ ਖੇਡ ਹੈਗੀ ਮਾਲਕ ਦੀ। ਕਾਲ ਦੇ ਵਿੱਚ ਵੀ ਮਾਲਕ ਹੀ ਹੈਗਾ ਜੀ। ਹਾਂ, ਬਸ ਸਹੀ ਚੀਜ਼ ਹੈਗੀ। ਆਪਾਂ ਇਹਨੂੰ ਆਪਣੇ ਦਿਮਾਗ 'ਚ ਰੱਖੀਏ, ਕਿਉਂਕਿ ਇਹ ਮਾਲਕ ਦੀ ਖੇਡ ਹੈਗੀ। ਬਸ ਆਪਾਂ ਨੂੰ ਇਹ ਖੇਡ ਖੇਡਣ ਵਾਸਤੇ ਆਏ ਹਾਂ। ਆਹੀ ਤਾਂ ਰੁਕਾਵਟ ਹੈਗੀ, ਆਹੀ ਤਾਂ ਜਿਹੜੀ ਹੈਗੀ, ਇਹੀ ਤਾਂ ਜਿਹੜੀ ਹੈਗੀ ਆਪਾਂ ਨੇ ਜਿਹੜਾ ਹੈਗਾ ਰਿੰਗ ਦੇ ਵਿੱਚ ਜਾ ਕੇ ਜਿਹੜੀ ਹੈਗੀ, ਇਹੀ ਤਾਂ ਘੋਲ ਕਰਨ ਵਾਸਤੇ ਆਏ ਹਾਂ ਆਪਾਂ। ਇਹ ਹਾਂਜੀ, ਉਹ ਸ਼ਬਦ ਲਈਏ। ਇਹਦੇ ਚ ਇੱਕ ਹੋਰ ਵੀ ਹੈ ਜਿਸ ਤਰ੍ਹਾਂ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਹਾਂ ਬਿਲਕੁਲ। ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੇਂ ਜਗ ਕਮਲਾ ਫਿਰ ਗੁਰਮੁਖ ਨਦਰੀ ਆਇਆ। ਧੰਦਾ ਕਰਦੇ ਨਿਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ। ਬਿਲਕੁਲ ਠੀਕ। ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਤੁਰ ਲਿਖ ਪਾਇਆ। ਇਹ ਭਾਗ ਬਣਾਉਣ ਦੀ ਖੇਡ ਹੈ ਸਾਰੀ। ਹਾਂ, ਹੁਣ ਆਪਾਂ ਰਸ ਦੇ ਉੱਤੇ ਸੀਗੇ, ਵਾਪਸ ਆਪਾਂ ਆਈਏ ਉੱਥੇ 50 ਨੰਬਰ ਅੰਗ ਹੈਗਾ। ਸਿਰਾਗ ਮਹਲਾ ਪੰਜਵਾਂ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਦੇਖ ਲਓ ਭਾਈ, ਚੋਗਾ ਹੈਗਾ ਅਤੇ ਮਿੱਠਾ ਸਮਝ ਕੇ ਜਿਹੜਾ ਹੈਗਾ ਚਲੇ ਜਾਂਦਾ ਹੈ ਪਕਸ਼ੀ, ਅਤੇ ਉਹਦੇ 'ਚੋਂ ਫਿਰ ਜਿਹੜੇ ਹੈਗੇ ਅਵਗੁਣ
ਔਰ ਜਿਹੜੇ ਹੈਗੇ ਆਪਣਾ ਰੋਗ ਪੈਦਾ ਹੋ ਜਾਂਦੇ ਆ, ਮਨ ਦੇ ਰੋਗ, ਤਨ ਦੇ ਰੋਗ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਭਾਈ ਮੀਤ ਸੁਰਿੱਧ ਕੀਏ ਵਿਖਿਆ ਰਚਿਆ ਬਾਦ। ਔਰ ਬਸ ਸਮਝਦਾ ਹੈ ਕਿ ਮੇਰੇ ਆਈ ਭਰਾ ਹੈਗੇ, ਮਿੱਤਰ ਹੈਗੇ, ਔਰ ਚੰਗੇ ਹਿਰਦੇ ਵਾਲੇ ਜਿਹੜੇ ਹੈਗੇ, ਸਮਝ ਲਓ ਬਈ ਹੋਰ ਜਿਹੜੇ ਰਿਸ਼ਤੇਦਾਰ ਸੰਬੰਧੀ ਜਿਹੜੇ ਹੈਗੇ, ਇਹਨਾਂ ਨੂੰ ਹੀ ਸਾਰਾ ਸਮਝਦਾ ਹੈ। ਔਰ ਵਿਸ਼ੇ ਵਿਕਾਰ ਵਿਖਿਆ ਦੇ ਸਵਾਦਾਂ ਦੇ ਵਿੱਚ ਪੂਰੀ ਤਰ੍ਹਾਂ ਬਾਅਦ ਦੇ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਰਚ ਜਾਂਦਾ ਇਨਸਾਨ, ਜਿਹਦਾ ਕਿ ਰਿਜ਼ਲਟ ਅਲਟੀਮੇਟਲੀ ਕੁਛ ਵੀ ਨਹੀਂ ਆਉਣਾ, ਪੱਲੇ ਕੁਛ ਵੀ ਨਹੀਂ ਪੈਣਾ। ਜਾਂਦੇ ਬਿਲਮ ਨਾ ਹੋਵੇ ਵਿਣ ਨਾਮੇ ਬਿਸਮਾਦ। ਕਹਿੰਦੇ ਕਮਾਲ ਆ, ਕਮਾਲ ਮਾਲਕਾ, ਐਸੀ ਤੇਰੀ ਜ਼ਬਰਦਸਤ ਖੇਡ ਆ ਕਿ ਇਨਸਾਨ ਜਿਹੜਾ ਹੈਗਾ ਸਾਰੀ ਉਮਰ ਲੱਗਿਆ ਰਹਿੰਦਾ, ਔਰ ਜਾਣ ਲੱਗੇ ਇਹਦਾ ਪਤਾ ਹੀ ਨਹੀਂ ਲੱਗਦਾ। ਨਾਮ ਤੋਂ ਬਗੈਰ ਕਹਿੰਦੇ ਇਹਦੇ ਪੱਲੇ ਕੁਛ ਵੀ ਨਹੀਂ ਰਹਿਣਾ, ਨਾਮ ਤੋਂ ਬਗੈਰ ਹਰ ਚੀਜ਼ ਇੱਥੇ ਦੇ ਇੱਥੇ ਰਹਿ ਜਾਣੀ ਆ। ਐਸੀ ਵਿਸਮਾਦਜਨਕ ਜਿਹੜੀ ਹੈਗੀ ਤੇਰੀ, ਐਸੀ ਆਸ਼ਚਰਜਨਕ ਜਿਹੜੀ ਹੈਗੀ ਹੈ ਇਹ ਜਾਲ ਚੋਗਾ ਜਿਹੜਾ ਹੈਗਾ, ਇਹ ਸੰਸਾਰ ਜਿਹੜਾ ਹੈਗਾ, ਇਹ ਜਿਹੜੀ ਤੇਰੀ ਖੇਡ ਜਿਹੜੀ ਹੈਗੀ ਆ, ਐਸੀ ਆਸ਼ਚਰਜਨਕ ਖੇਡ ਆ ਮਾਲਕਾ ਤੇਰੀ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਦੇਖ ਮੇਰੇ ਮਨਾ, ਨਿਕਲਣਾ ਚਾਹੁੰਦਾ ਹੈ ਤੇ ਦੇਖ ਲਾ ਪਿਆਰਿਆ, ਸਤਿਗੁਰੂ ਦੀ ਸੇਵਾ 'ਚ ਲੱਗ ਜਾ। ਜੋ ਸਤਿਗੁਰੂ ਕਹਿ ਰਿਹਾ ਉਹ ਕਾਰਵਾਈ ਕਰ ਲਾ। ਸਤਿਗੁਰ ਰਾਰੇ ਦੀ ਔਂਕੜ ਉੱਡ ਗਈ, ਕਿਉਂਕਿ ਕੀ ਆ ਗਿਆ, ਮੇਰੇ ਮਨ ਸਤਿਗੁਰ ਕੀ ਸੇਵਾ ਲਾਗ, ਜੋ ਦਿਸੇ ਸੋ ਵਿਣਸਣਾ, ਮਨ ਕੀ ਮਤ ਤਿਆਗ। ਦੇਖ ਲਾ ਪਿਆਰਿਆ, ਜਿਹੜਾ ਕੁਝ ਦਿਸ ਰਿਹਾ ਹੈ ਸਾਰਾ ਦੇਰਾ ਸਾਰਾ ਇਹ ਵਿਣਸਣਹਾਰ ਹੈਗਾ, ਇਹ ਮਾਇਆ ਹੈਗੀ, ਛਲ ਹੈਗਾ, ਧੋਖਾ ਹੈਗਾ, ਟੈਂਪਰੇਰੀ ਹੈਗਾ। ਪਾਈ ਮਨ ਦੀ ਮੱਤ, ਆਪਣੀ ਮਨ ਦੀ ਮੱਤ ਤਿਆਗ ਦੇ ਮਿੱਤਰਾ, ਮਨ ਦੀ ਮੱਤ ਤਿਆਗ ਦੇ। ਰਹਾਓ ਜਿਉਂ ਕੂਕਰ ਹਰਕਾਇਆ ਦਾਵੇ ਦਰ ਦਿਸ ਜਾਏ। ਦੇਖ ਲਾ ਪਿਆਰਿਆ, ਮਨ ਜਿਹੜਾ ਐਸਾ ਹੈਗਾ ਜਿਵੇਂ ਕੁੱਤਾ ਜਿਹੜਾ ਹਲਕ ਜਾਂਦਾ ਹੈ, ਉਹਦੇ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਮਰਜੀ, ਇੱਧਰ ਨੂੰ ਉੱਧਰ ਨੂੰ ਘੁੰਮਦਾ ਹੈ। ਲੋਕੀ ਮਾਰਨ ਨੂੰ ਫਿਰਦੇ ਆ, ਉਹ ਇੱਧਰ ਉੱਧਰ ਹਲਕਿਆ ਹੋਇਆ ਕੁੱਤਾ ਜਿਹੜਾ ਹੈਗਾ ਘੁੰਮਦਾ ਹੈ 10 ਦਿਸ਼ਾਵਾਂ ਦੇ ਵਿੱਚ। ਇਸ ਤਰੀਕੇ ਦੇ ਨਾਲ ਲੋਭ ਦੇ ਵਿੱਚ ਇਨਸਾਨ ਜਿਹੜਾ ਹੈਗਾ ਸੰਸਾਰ ਦੇ ਵਿੱਚ ਇਸ ਤਰ੍ਹਾਂ ਵਿਚਰਦਾ ਹੈ, ਔਰ ਜਿਹੜੀ ਚੀਜ਼ ਨਹੀਂ ਲੈਣ ਵਾਲੀ, ਜਿਹੜੀ ਚੀਜ਼ ਨਹੀਂ ਖਾਣ ਵਾਲੀ, ਉਹ ਵੀ ਖਾਂਦਾ ਹੈ। ਲੋਭੀ ਜੰਤ ਨਾ ਜਾਣੇ ਭੱਖ ਆਪੱਖ ਸਭ ਖਾਏ। ਕਹਿੰਦੇ ਸਾਰਾ ਕੁਝ ਭੱਖੀ ਜਾ ਰਿਹਾ, ਸਾਰਾ ਕੁਝ ਖਾਈ ਜਾ ਰਿਹਾ ਹੈ, ਲੋਭ ਦੇ ਕਾਰਨ ਨਹੀਂ ਸਮਝ ਰਿਹਾ, ਹਲਕਾਇਆ ਹੋਇਆ ਹੈ। ਮਾਇਆ ਨੇ ਉਹਨੂੰ ਐਸਾ ਸਵਾਦਾਂ ਦਾ ਹਲਕ ਪਾ ਦਿੱਤਾ। ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋ ਨਹੀਂ ਪਾਏ। ਬਸ ਆਹੀ ਹੈ, ਫਿਰ ਕਾਮ ਕ੍ਰੋਧ ਦੇ ਇਹਦੇ ਨਸ਼ੇ ਦੇ ਵਿੱਚ ਜਿਹੜਾ ਹੈਗਾ ਨਹੀਂ ਪਤਾ ਲੱਗਦਾ, ਫਿਰ ਬਾਰ ਜੂਨਾਂ ਦੇ ਵਿੱਚ ਜਾਂਦਾ ਹੈ। ਮਾਇਆ ਜਾਲ ਪਸਾਰਿਆ ਭੀਤਰ ਚੋਕ ਬਣਾਏ। ਓਹੋ ਦੇਖ ਲਓ ਭਾਈ, ਕਹਿੰਦੇ ਮਾਇਆ ਦਾ ਧੋਖੇ ਦੇ ਨਾਲ ਜਾਲ ਆ ਪਸਾਰਿਆ ਪਿਆ ਆ ਪਿਆਰਿਆ। ਅੰਦਰ ਚੋਗਾ ਬਣਾਇਆ ਹੋਇਆ ਮਾਲਕ ਨੇ, ਅੰਦਰ ਚੋਗਾ ਰੱਖਿਆ ਹੋਇਆ ਆ। ਮਾਇਆ ਜਾਲ ਪਸਾਰਿਆ ਭੀਤਰ ਚੋਕ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਔਰ ਤ੍ਰਿਸ਼ਨਾ ਦਾ ਪੰਖੀ ਜਿਹੜਾ ਹੈਗਾ, ਤ੍ਰਿਸ਼ਨਾ ਦੇ ਜਿਹੜੇ ਹੈਗੀ ਖਿੱਚ ਜਿਹੜੀ ਹੈਗੀ, ਉਹਦੇ ਨਾਲ ਲੋਭ ਦੇ ਨਾਲ ਫਸ ਜਾਂਦਾ ਹੈ, ਫਿਰ ਨਿਕਲ ਨਹੀਂ ਪਾਉਂਦਾ। ਹੇ ਮੇਰੀ ਮਾਂ, ਜਿਨ ਕੀਤਾ ਤਿਸੇ ਨਾ ਜਾਣੀ ਫਿਰ ਆਵੇ ਜਾਏ। ਔਰ ਜਿਹਨੇ ਮਾਲਕ ਨੇ ਜਾਲਾ ਬਣਾਇਆ ਹੈ, ਕਿਹੜ ਬਣਾਈ ਹੈ, ਉਸ ਨੂੰ ਨਹੀਂ ਜਾਣਦਾ। ਬਾਰ ਆਉਂਦਾ ਜਾਂਦਾ ਹੈ, ਮਨੁੱਖੀ ਜੂਨ ਪਾਉਂਦਾ ਹੈ, ਫਿਰ ਹਾਰ ਜਾਂਦਾ ਹੈ, ਫਿਰ ਪਾਉਂਦਾ ਹੈ, ਫਿਰ ਹਾਰ ਜਾਂਦਾ ਹੈ। ਅਨਕ ਪ੍ਰਕਾਰੀ ਮੋਹਿਆ ਬਹੁਵਿਦੇ ਸੰਸਾਰ। ਕਹਿੰਦੇ ਅਨੇਕਾਂ ਤਰੀਕਿਆਂ ਦੇ ਨਾਲ ਇੰਨਾ ਮੋਹਿਆ ਪਿਆ ਹੈ ਸਾਰਾ ਸੰਸਾਰ, ਜਿਹੜਾ ਇਸੇ ਮੋਹ ਦੇ ਵਿੱਚ ਮੋਹਿਆ ਹੋਇਆ ਹੈ। ਬਹੁਤ ਅਲੱਗ ਤਰੀਕਿਆਂ ਦੇ ਨਾਲ ਜਾਲਾ ਪਾਇਆ, ਚੋਗਾ ਪਾਇਆ ਹੈ ਮਾਲਕ ਪਰਮਾਤਮਾ ਨੇ। ਅਨਕ ਪ੍ਰਕਾਰੀ ਮੋਹਿਆ ਬਹੁਵਿਦੇ ਸੰਸਾਰ, ਜਿਸਨੂੰ ਰੱਖੇ ਸੋ ਰਹੇ ਸਮਰਥ ਪੁਰਖ ਅਪਾਰ। ਉਹ ਮਾਲਕ ਪਰਮਾਤਮਾ ਸਮਰਥ ਜਿਹੜਾ ਹੈਗਾ, ਇਹ ਰੱਖਣ ਦੇ ਸਮਰਥ, ਜਿਹਨੇ ਜਾਲਾ ਚੋਗਾ ਪਾਇਆ ਹੋਇਆ ਆ, ਉਹ ਜਿਹੜਾ ਹੈਗਾ ਜਿਹਨੂੰ ਵੀ ਰਸਤਾ, ਜਿਹਨੂੰ ਵੀ ਗੁਰੂ ਨੂੰ ਮਿਲਾ ਦਿੰਦਾ ਆ, ਉਹਨੂੰ ਉਹ ਰੱਖ ਲੈਂਦਾ ਆ। ਜਿਸ ਨੂੰ ਰੱਖੇ ਸੋ ਰਹੇ ਉਹੀ ਇਸ ਤੋਂ ਵੱਧ ਜਾਂਦਾ ਆ। ਉਹ ਮਾਲਕ ਸਮਰੱਥ ਹੈਗਾ, ਉਹ ਅਪਾਰ ਸ਼ਕਤੀ ਦਾ ਮਾਲਕ ਹੈ। ਉਸੇ ਨੇ ਸਾਰਾ ਬਣਾਇਆ, ਉਸੇ ਨੇ ਸਾਰਾ ਚੋਗਾ ਬਣਾਇਆ, ਉਸੇ ਨੇ ਸਾਰੇ ਆਪਣੇ ਅੰਦਰ ਚੋਗੇ ਦੇ ਅਟਰੈਕਸ਼ਨ ਬਣਾਈ ਹੈ। ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲਿਆਰ। ਔਰ ਪਰਮੇਸ਼ਰ ਦੇ ਜਨ ਜਿਹੜੇ ਹੈਗੇ ਧਿਆਨ ਸਿਮਰਨ ਕਰਨ ਵਾਲੇ, ਜਿਹੜੇ
ਪਰਮੇਸ਼ਰ ਦੇ ਨਾਲ ਲਿਵ ਲਗਾਉਣ ਵਾਲੇ ਪਰਮੇਸ਼ਰ ਦੇ ਨਾਲ ਲਿਵ ਲਗਾ ਕੇ ਉੱਧਰ ਜਾਂਦੇ ਆ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਹਮੇਸ਼ਾ ਹੀ ਬਲਿਹਾਰ ਜਾਣਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ। ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਫਸਾਰ। ਗੋਇਲ ਜਿਹੜਾ ਹੁੰਦਾ ਹੈ, ਇਹ ਗੋਇਲ ਹੁੰਦੇ ਆ ਜਿਹੜੇ, ਗੋਇਲ ਦਾ ਮਤਲਬ ਹੈ ਚਰਾਗਾ। ਗੋਇਲੀ ਜਿਹੜੇ ਉਹ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਡੰਗਰ ਹੁੰਦੇ ਆ, ਜਿਨ੍ਹਾਂ ਦੇ ਕੋਲ ਗੁੱਜਰ ਜਿਹੜੇ ਹੁੰਦੇ ਆ, ਜਦ ਉਹਨਾਂ ਦੇ ਔੜ ਪੈ ਜਾਂਦੀ ਆ, ਨਹੀਂ ਮਿਲਦਾ ਕੁਛ ਘਾਹ ਫੂਸ ਖਾਣ ਨੂੰ ਨਹੀਂ ਮਿਲਦੇ ਪੱਠੇ ਵਗੈਰਾ, ਅਤੇ ਉਹ ਜਿਹੜੇ ਜਿੱਥੇ ਦਰਿਆ ਦੇ ਕੰਢੇ 'ਤੇ ਜਿੱਥੇ ਹਰਾ ਚਰਾਗਾ ਜਿਹੀ ਹੁੰਦੀ ਹੈ, ਥੋੜ੍ਹਾ ਹਰਿਆਲੀ ਹੁੰਦੀ ਆ, ਉੱਥੇ ਆ ਜਾਂਦੇ ਆ ਥੋੜ੍ਹੇ ਸਮੇਂ ਦੇ ਵਾਸਤੇ, ਫਿਰ ਵਾਪਸ ਚਲੇ ਜਾਂਦੇ ਆ ਆਪਣੀ ਜਗ੍ਹਾ 'ਤੇ। ਕਹਿੰਦੇ ਤੂੰ ਤਾਂ ਹੈ ਇਨਸਾਨ, ਤੂੰ ਤਾਂ ਇੱਥੇ ਦੁਨੀਆ ਦੇ ਵਿੱਚ ਜਿਹੜਾ ਹੈਗਾ ਥੋੜ੍ਹੇ ਸਮੇਂ ਦੇ ਵਾਸਤੇ ਆਇਆ ਹੈ। ਤੂੰ ਤਾਂ ਇੱਥੇ ਦੁਨੀਆ ਦੇ ਵਿੱਚ ਥੋੜ੍ਹੇ ਸਮੇਂ ਦੇ ਵਾਸਤੇ ਆਇਆ ਪਿਆਰਿਆ, ਯਾਤਰੂ ਹੈਗਾ ਆ। ਇੱਥੇ ਕੀ ਤੂੰ ਆਪਣਾ ਜਿਹੜਾ ਹੈਗਾ ਪਸਾਰਾ ਕਰੀ ਜਾ ਰਿਹਾ ਹੈ, ਆਪਣੀ ਟੈਰੀਟਰੀ ਵਧਾਈ ਜਾ ਰਿਹਾ ਹੈ। ਸਮਾਂ ਦਾ ਤੇਰੇ ਕੋਲ ਬਹੁਤ ਥੋੜ੍ਹਾ ਹੈਗਾ, ਯਾਤਰੂ ਹੈਗਾ ਤੂੰ। ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ। ਕੀ ਦਿਖਾਵਾ, ਕੀ ਜਿਹੜਾ ਇਹ ਕਰੀ ਜਾ ਰਿਹਾ ਇਹਦੇ ਨਾਲ, ਇੱਥੇ ਦੇ ਇੱਥੇ ਹੀ ਰਹਿ ਜਾਣਾ ਸਾਰਾ ਦਾ ਸਾਰਾ। ਗੋਇਲ ਆਇਆ ਗੋਇਲੀ ਕਿਆ ਤਿਸ, ਤੂੰ ਤਾਂ ਚੱਲ ਪੈਣਾ ਆ। ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ। ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ। ਇਹ ਪਿਆਰਿਆ ਸਮਾਂ ਖਤਮ ਹੋ ਜਾਣਾ ਹੈ, ਤੈਨੂੰ ਚੱਲਣਾ ਪੈਣਾ ਹੈ। ਦੇਖ ਲਾ ਜਿੱਥੇ ਜਾਣਾ ਹੈ ਉਹਦੇ ਬਾਰੇ ਸੋਚ ਕਰ ਲਾ, ਉਹਦੇ ਬਾਰੇ ਸੋਚ ਲਾ, ਉਹਦੇ ਬਾਰੇ ਉਸ ਘਰ ਦੇ ਵਿੱਚ ਜਿਹੜਾ ਕਿਵੇਂ ਜਾ ਕੇ ਰਹਿਣਾ ਆ, ਉਹਦੇ ਵਾਸਤੇ ਕੀ ਚਾਹੀਦਾ ਆ, ਉਹਦੀ ਤਿਆਰੀ ਕਰ ਲਾ ਪਿਆਰਿਆ, ਉਹਦੀ ਤਿਆਰੀ ਕਰ ਲਾ। ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ। ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਘਰ ਬਾਰ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ। ਇਹ ਮੇਰੇ ਮਨਾ ਪਰਮੇਸ਼ਰ ਦਾ ਧਿਆਨ ਸਿਮਰਨ ਕਰ, ਪਰਮੇਸ਼ਰ ਦੇ ਗੁਣ ਗਾ, ਸਤਿਗੁਰੂ ਜਿਹੜੀ ਸੇਵਾ ਕਰ ਰਿਹਾ ਉਹ ਸੇਵਾ ਕਰ, ਪਿਆਰ ਦੇ ਨਾਲ ਕਰ, ਪਿਆਰ ਦੇ ਨਾਲ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ। ਕਿਆ ਥੋੜੜੀ ਬਾਤ ਗੁਮਾਨ ਰਹਾਓ। ਕਿ ਥੋੜ੍ਹੇ ਸਮੇਂ ਵਾਸਤੇ ਇੱਥੇ ਆਏ, ਕਾਹਦੇ ਲਈ ਆਕੜ ਕਰ ਰਿਹਾ, ਕਾਹਦੀ ਹਉਮੈ ਹੈਗੀ ਇੱਥੇ, ਕਿਉਂ ਦੁਨੀਆ ਦੇ ਨਾਲ, ਕਿਉਂ ਲੋਕਾਂ ਦੇ ਨਾਲ, ਕਿਉਂ ਪੰਗੇ ਲਈ ਜਾ ਰਹੇ ਹੈ। ਕਿਆ ਥੋੜੜੀ ਬਾਤ ਗੁਮਾਨ ਰਹਾਓ। ਜੈਸੇ ਰਹਿਣ ਪਰਾਉਣੇ ਉੱਠ ਚਲਸੇ ਪ੍ਰਭਾਤ। ਜਿਵੇਂ ਕੋਈ ਪ੍ਰਾਹੁਣੇ ਆਉਣ ਰਾਤ ਦੇ ਵਾਸਤੇ, ਕਿਤੇ ਇੱਕ ਰਾਤ ਦੇ ਵਾਸਤੇ ਰੁਕਣ ਵਾਸਤੇ, ਅਤੇ ਪ੍ਰਭਾਤ ਫਿਰ ਸਵੇਰੇ ਜਿਹੜੇ ਹੈਗੇ ਚਲੇ ਜਾਂਦੇ ਆ। ਅਤੇ ਉਸੇ ਤਰੀਕੇ ਦੇ ਨਾਲ ਤੂੰ ਆਇਆ ਹੋਇਆ ਦੁਨੀਆ ਦੇ ਵਿੱਚ। ਕਿਆ ਤੂੰ ਰੱਤਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਦੇ ਕਿੱਥੇ ਤੂੰ ਘਰ ਗ੍ਰਸਤੀ ਦੇ ਨਾਲ ਜਿਹੜਾ ਹੈਗਾ ਇਹ ਚੋਗੇ ਦੇ ਨਾਲ ਰੱਤਿਆ ਹੋਇਆ ਆ। ਇਹ ਸਾਰਾ ਫੁੱਲ ਹੈਗੇ ਪਾਏ, ਫੁੱਲਾਂ ਦਾ ਬਗੀਚਾ ਹੈਗਾ। ਕਿੰਨੀ ਕੁ ਲਾਈਫ ਹੁੰਦੀ ਹੈ ਫੁੱਲ ਦੀ। ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ। ਕਹਿੰਦੇ ਤੂੰ ਪਦਾਰਥਾਂ ਦੇ ਬਾਰੇ ਕਿਉਂ ਆ ਮੇਰਾ ਮੈਂ ਮੇਰੀ ਕਿਉਂ ਕਰੀ ਜਾ ਰਿਹਾ। ਕਹਿੰਦੇ ਜਿਹੜੇ ਮਾਲਕ ਪਰਮਾਤਮਾ ਨੇ ਇਹ ਸਾਰੇ ਚੋਗਾ ਬਣਾਇਆ, ਜਿਹਨੇ ਸਾਰਾ ਕੁਛ ਬਣਾਇਆ ਆ, ਜਿਹਨੇ ਪਦਾਰਥ ਬਣਾਇਆ, ਉਸ ਮਾਲਕ ਪਰਮਾਤਮਾ ਨੂੰ ਲੋੜ ਲਾ ਪਿਆਰਿਆ। ਉਹ ਮਾਲਕ ਪਰਮਾਤਮਾ ਨੂੰ ਯਾਦ ਕਰ, ਉਹਨੂੰ ਲਿਆ ਆਪਣੇ ਧਿਆਨ ਸਿਮਰਨ ਦੇ ਵਿੱਚ। ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਦੇਖ ਲਾ ਲੱਖਾਂ ਕਰੋੜਾਂ ਜਿੰਨਾ ਮਰਜ਼ੀ ਦੌਲਤ ਇਕੱਠੀ ਕਰ ਲਾ, ਸਰ ਪਰ ਕਹਿੰਦੇ ਆ ਮਸਟ, ਕਹਿੰਦੇ ਛੱਡ ਕੇ ਜਾਣਾ ਪਊਗਾ ਸਾਰਾ ਕੁਛ, ਮਸਟ। ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਲੱਖਾਂ ਕਰੋੜਾਂ ਸਾਰਾ ਕੁਝ ਛੱਡ ਕੇ ਚਲੇ ਜਾਏਗਾ। 184 ਭਰਮ ਤਿਆਂ ਦੁਰਲਭ ਜਨਮ ਪਾਇਓਏ। ਕਹਿੰਦੇ 84 ਲੱਖ ਜੂਨਾ ਜਿਹੜਾ ਹੈਗਾ ਭਟਕਦੇ ਇੰਨਾ ਦੁਰਲਭ ਜਿਹੜਾ ਹੈਗਾ ਮਨੁੱਖੀ ਜੂਨ ਮਿਲੀ ਆ ਭਾਈ। ਸਿਖਰ ਦੇ ਡੰਡੇ ਦੇ ਉੱਤੇ ਹੈਗਾ ਆ। 184 ਭਰਮ ਤਿਆਂ ਦੁਰਲਭ ਜਨਮ ਪਾਇਓਏ। ਨਾਨਕ ਨਾਮ ਸੰਭਾਲ ਤੂੰ 100 ਦਿਨ ਨੇੜਾ ਆਇਓਏ। ਇਹ ਮੇਰੇ ਮਿੱਤਰਾ ਪਰਮੇਸ਼ਰ ਦੇ ਨਾਮ ਨੂੰ ਸੰਭਾਲ ਲਾ, ਧਿਆਨ ਸਿਮਰਨ ਕਰ ਲਾ। ਤੇਰਾ ਦਿਨ ਨੇੜੇ ਆ ਰਿਹਾ ਹੈ ਜਾਣ ਦਾ। ਤੇਰਾ ਡਿਸਪੋਜ਼ਲ ਜਿਹੜਾ ਹੈਗਾ ਬਿਲਕੁਲ ਨੇੜੇ ਆ ਰਿਹਾ ਹੈ ਭਾਈ, ਬਿਲਕੁਲ ਨੇੜੇ ਆ ਰਿਹਾ ਹੈ। ਇੱਕ ਹੋਰ ਲਈਏ ਜੀ, ਸ੍ਰੀ ਰਾਗ ਮਹੱਲਾ ਪੰਜਵਾਂ। ਤਿੱਚਰ ਵਸੇ ਸੁਹੇਲੜੀ
ਜਿਚਰ ਸਾਥੀ ਨਾਲ। ਦੇਖ ਲਓ ਭਾਈ, ਆਪਣੇ ਜਿਹੜੇ ਹੈਗੇ ਸਰੀਰ ਦੇ ਬਾਰੇ ਮਹਾਰਾਜ ਕਹਿ ਰਹੇ ਆ। ਕਹਿੰਦੇ ਭਾਈ, ਜਦ ਤੱਕ ਤੇਰੇ ਅੰਦਰ ਉਹ ਜੀਵ ਆਤਮਾ ਹੈ, ਉਦੋਂ ਤੱਕ ਤੂੰ ਜਿਹੜੀ ਹੈਗੀ ਸੁਹੇਲੜੀ ਹੈਗੀ ਆ ਭਾਈ। ਜਦ ਤੱਕ ਤੇਰਾ ਸਾਥੀ ਹੈ ਤੇਰੇ ਨਾਲ, ਤਿਚਰ ਵਸੇ ਸੁਹੇਲੜੀ, ਉਦੋਂ ਤੱਕ ਰੰਗ ਮਾਣ ਸਕਦੀ ਆ, ਚੋਗੇ ਚੁਗ ਸਕਦੀ ਆ। ਤਿਚਰ ਵਸੇ ਸੁਹੇਲੜੀ, ਜਿਚਰ ਸਾਥੀ ਨਾਲ। ਜਾਂ ਸਾਥੀ ਉੱਠੀ ਚੱਲਿਆ, ਤਾਂ ਤਨ ਖਾਕੂ ਰਾਲ। ਜੇ ਉਹ ਸਾਥੀ ਜਿਹੜਾ ਹੈਗਾ ਚੱਲ ਪਿਆ, ਤੇ ਫਿਰ ਤੂੰ ਜਿਹੜੀ ਹੈਗੀ ਆ, ਇਹ ਜੀਵ, ਇਹ ਸਰੀਰ ਜਿਹੜਾ ਹੈਗਾ, ਤੂੰ ਜਿਹੜੀ ਹੈਗੀਆਂ ਮਿੱਟੀ ਦੇ ਨਾਲ, ਖਾਕ ਦੇ ਨਾਲ ਰਲ ਜਾਏਂਗੀ। ਤੇਰਾ ਵਜੂਦ ਖਤਮ ਹੋ ਜਾਏਗਾ। ਮਨੇ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ। ਇਸ ਕਰਕੇ ਭਾਈ, ਜਿਹੜੇ ਗੁਰੂ ਦੀ ਮੱਤ ਲੈਂਦੇ ਆ ਅਭਿਆਸੀ, ਉਹਨਾਂ ਦੇ ਮਨ 'ਚ ਬੈਰਾਗ ਆ ਜਾਂਦਾ ਇਸ ਮਾਇਆ ਤੋਂ। ਮਨੇ ਬੈਰਾਗ ਪਿਆ ਇਸ ਚੋਗੇ ਤੋਂ। ਮਾਲਕ ਦੀ ਖਿੱਚ ਬਣ ਜਾਂਦੀ ਆ, ਮਾਲਕ ਦੇ ਦਰਸ਼ਨਾਂ ਦਾ ਚਾਅ ਪੈਦਾ ਹੋ ਜਾਂਦਾ ਹੈ। ਮਨੇ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ, ਤਨ ਸੋ ਤੇਰਾ ਥਾਨ ਰਹਾ। ਦੇਖ ਲਓ ਭਾਈ, ਰਾਇਮ ਵੀ ਜਿਹੜੀ ਹੈਗੀ ਨਹੀਂ, ਮਹਾਰਾਜ ਨੇ ਕੇਅਰ ਕੀਤੀ। ਕਹਿੰਦੇ, ਹੇ ਮੇਰੇ ਮਾਲਕਾ, ਧਾਨਿਆ ਹੋ ਤੇਰਾ ਸਥਾਨ, ਧਾਨਿਆ ਹੋ ਹਿਰਦਾ ਜਿੱਥੇ ਤੂੰ ਹੈਗਾ ਆ। ਦਰਸ਼ਨ ਮਨੇ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਓ, ਤਨ ਸੋ ਤੇਰਾ ਥਾਨ ਰਹਾਓ। ਜਿਚਰ ਵਸਿਆ ਕੰਤ ਕਰੇ, ਜਿਉ ਜਿਉ ਸਭ ਕਹਾਤ। ਜਦ ਤੱਕ ਜਿਹੜੀ ਹੈਗੀ ਆ ਉਹ ਜੀਵਾਤਮਾ ਹੈਗੀ ਅੰਦਰ, ਤਦ ਤੱਕ ਕਹਿੰਦੇ ਆ ਜਿਉ ਜਿਉ ਸਾਰੇ ਜਿਉ ਜਿਉ ਕਹਿੰਦੇ ਆ। ਫਲਾਨਾ ਟਿਮਕਾ, ਆ ਜੀ, ਆਓ ਜੀ, ਸਾਰੇ ਆਦਰ ਭਾਵ ਕਰਦੇ ਆ। ਜਿਚਰ ਵਸਿਆ ਕੰਤ ਕਰੇ, ਜਿਉ ਜਿਉ ਸਭ ਕਹਾਤ। ਜਾਂ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਕੰਤ ਉੱਠ ਕੇ ਤੁਰ ਪਿਆ, ਜੀਵਾਤਮਾ ਵੱਖ ਹੋ ਗਈ, ਸਰੀਰ ਵੱਖ ਹੋ ਗਿਆ, ਤੇ ਕਿਸੇ ਨੇ ਤੇਰੀ ਗੱਲ ਨਹੀਂ ਪੁੱਛਣੀ ਪਾਈ। ਪਈ ਅੜੇ ਸੋ ਸੇਵ ਤੂੰ, ਸਾਹੋ ਰੇ ਸੁਖ ਵਸ। ਇਸ ਕਰਕੇ ਹੇ ਮੇਰੇ ਮਨਾ, ਦੇਖ ਲਾ, ਪੇਕੇ ਘਰ ਦੇ ਵਿੱਚ ਹੈਗਾ ਆ, ਪੇਕੇ ਘਰ 'ਚ ਹੈ, ਗੁਰੂ ਨੂੰ ਮਿਲ ਕੇ, ਗੁਰੂ ਪਿਓ ਹੈਗਾ ਤੇਰਾ, ਗੁਰੂ ਨੂੰ ਮਿਲ ਕੇ ਸਿੱਖ ਲਾ ਸਹੁਰੇ ਘਰ ਦੇ ਵਿੱਚ ਕਿਵੇਂ ਵਸਣਾ ਆ, ਮਾਲਕ ਪਰਮਾਤਮਾ ਦੇ ਨਾਲ ਕਿਵੇਂ ਵਸਣਾ ਆ। ਇਹ ਚੱਜ ਆਚਾਰ ਸਿੱਖ ਲਾ। ਪਈ ਅੜੇ ਸੋ ਸੇਵ ਤੂੰ, ਸਾਹੋ ਰੜੇ ਸੁਖੇ ਵਸ। ਸਹੁਰੇ ਪੇ ਪਰਮੇਸ਼ਰ ਦੇ ਘਰ ਦੇ ਵਿੱਚ ਸੁਖੀ ਵਸ ਜਾਏਗਾ ਭਾਈ। ਇਹ ਜੇ ਜਨਮ ਮਰਨ ਦਾ ਗੇੜਾ ਮੁੱਕ ਜਾਏਗਾ, ਭੌਜਲ ਸੰਸਾਰ ਤੋਂ ਤਰ ਜਾਏਗਾ। ਪਈ ਅੜੇ ਸੌ ਸੇਵ ਤੂੰ। ਇੱਥੇ ਪੇਕੇ ਘਰ 'ਚ ਆਪਾਂ ਆਏ ਦੁਨੀਆ ਦੇ ਵਿੱਚ, ਗੋਇਲ ਹੀ ਆਇਆ ਜਿਹੜਾ ਹੈਗਾ ਇਸੇ ਵਾਸਤੇ ਆ ਕਿ ਆਪਾਂ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਦੇ ਘਰ ਦੇ ਵਿੱਚ ਕਿਵੇਂ ਵਸਣਾ ਆ, ਉਹ ਗੁਣ ਸਿੱਖ ਸਕੀਏ। ਪਈ ਅੜੇ ਸੌ ਸੇਵ ਤੂੰ, ਸਾਹੋ ਅੜੇ ਸੁਖ ਵਸ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਕਹਿੰਦੇ ਗੁਰੂ ਨੂੰ ਮਿਲ ਲਾ ਪਿਆਰਿਆ, ਗੁਰੂ ਹੈਗਾ। ਚੱਜ ਆਚਾਰ ਸਿੱਖ ਲਾ, ਸਹੁਰੇ ਘਰ ਦੇ ਵਿੱਚ ਕੀ ਰੂਲ ਚੱਲਦੇ ਆ, ਕਿਵੇਂ ਜਿਹੜਾ ਹੈਗਾ ਉੱਥੇ ਸੁਖੀ ਵਸਣਾ ਆ। ਚੰਗੇ ਗੁਣ ਲੈ ਲਾ, ਸਤ ਸੰਤੋਖ ਦਇਆ ਧਰਮ ਧੀਰਜ ਪ੍ਰੇਮਾ ਭਗਤੀ। ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਤੈਨੂੰ ਕਦੀ ਵੀ ਦੁੱਖ ਨਹੀਂ ਲੱਗੂਗਾ, ਅਬਨਾਸੀ ਹੋ ਜਾਏਗਾ, ਮਾਲਕ ਪਰਮਾਤਮਾ ਦਾ ਸਾਥ ਮਾਣ ਲਏਗਾ। ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਜਿੰਨੇ ਵੀ ਸ੍ਰਿਸ਼ਟੀ ਦੇ ਜੀਵ ਹੈਗੇ ਆ, ਮਨੁੱਖੀ ਜੂਨ ਕੀ ਸਾਰੀਆਂ ਜੂਨਾਂ ਦੇ ਵਿੱਚ, ਸਾਰਿਆਂ ਨੇ, ਸਾਰੇ ਉਸ ਮਾਲਕ ਪਰਮਾਤਮਾ ਤੋਂ ਆਏ ਹੋਏ ਆ, ਉਹੀ ਜੀਵ ਆਤਮਾ ਹੈਗੀ। ਸਾਰਿਆਂ ਨੇ ਸਹੁਰੇ ਜਾਣਾ ਆ ਭਾਈ। ਸਭਨਾ ਸਹੁਰੇ ਵੰਜਣਾ, ਸਭ ਮੁਕਲਾਵਣ ਹਾਰ। ਸਾਰਿਆਂ ਦਾ ਮੁਕਲਾਵਾ ਹੋਣਾ ਹੈ। ਨਾਨਕ ਧਨ ਸੁਹਾਗਣੀ, ਜਿਨ ਸ਼ੈ ਨਾਲ ਪਿਆਰ। ਮਹਾਰਾਜ ਕਹਿੰਦੇ ਆ ਧਨ ਉਹ ਸੁਹਾਗਣਾ ਹੈਗੀਆਂ ਜਿਹੜੀਆਂ ਦੁਨੀਆ ਦੇ ਵਿੱਚ ਆ ਕੇ ਤੇ ਗੁਰੂ ਨੂੰ ਮਿਲ ਕੇ, ਗੁਰੂ ਦੇ ਅਨੁਸਾਰ ਜਿਹੜੀ ਹੈਗੀ ਆ, ਜਿਹੜੀ ਯਾਤਰਾ ਕਰਦੀਆਂ ਆ। ਔਰ ਉਹ ਮਾਲਕ ਪਰਮਾਤਮਾ ਦਾ ਪਿਆਰ ਜਿਨ੍ਹਾਂ ਨੂੰ, ਮਾਲਕ ਪਰਮਾਤਮਾ ਪਤੀ ਨਾਲ ਪਿਆਰ ਹੁੰਦਾ ਹੈ ਜਿਨ੍ਹਾਂ ਨੂੰ ਆਪਣੇ ਸਹੁਰੇ ਘਰ ਦੇ ਵਿੱਚ ਵਸਣ ਦੇ ਲਈ ਜਿਹੜੀਆਂ ਸਾਵਧਾਨ ਰਹਿੰਦੀਆਂ ਆ, ਉਹ ਗੁਣ ਸਿੱਖਦੀਆਂ ਆ। ਕਹਿੰਦੇ
ਤਾਨਿਆ ਉਹ ਸੁਹਾਗਣਾ ਕਹਿੰਦੇ, ਤਾਨਿਆ ਉਹ ਸੁਹਾਗਣਾ ਜਿਨ੍ਹਾਂ ਨੂੰ ਆਪਣੇ ਮਾਲਕ ਦੇ ਨਾਲ ਪਿਆਰ ਹੁੰਦਾ ਹੈ। ਇਹ ਜੀ 23 ਹੋ ਗਏ, 93 ਸੀਰੀਅਲ ਵਾਈਜ਼। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਐਸਚਨ ਹੈ। ਹਾਂਜੀ ਹਾਂਜੀ ਵੀਰ ਜੀ, ਹਾਂਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਖਾਲਸਾ। ਫਤਿਹ ਜੀ, ਫਤਿਹ। ਹਾਂਜੀ ਇਹ ਜੀ ਕੁਐਸਚਨ ਇਹ ਵੀ ਤੁਸੀਂ ਅੱਜ ਕਲੀਅਰ ਕੀਤਾ, ਗੁਰੂ ਸਤਿਗੁਰੂ ਹਾਂ ਤੇ ਆਪਾਂ ਗਿਆਨ ਨੂੰ ਵੀ ਗੁਰੂ ਕਹਿ ਦਿੰਨੇ ਆ, ਹਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਹਾਂ ਤੇ ਵੀ ਸਾਰੇ ਇੱਕੋ ਹੀ ਹੈਗੇ ਨੇ। ਪਰ ਜਦੋਂ ਆਪਾਂ ਬਾਣੀ ਦੇ ਵਿੱਚ ਸਿਰਫ ਇੱਕ ਸਮਝਾਉਣ ਦੀ ਖਾਤਰ ਸੈਪਰੇਟ ਗੁਰੂ ਨੂੰ ਜਿਵੇਂ ਮਿਲਣਾ ਕਿਹਾ ਗਿਆ, ਸੈਪਰੇਟ ਕਰਕੇ ਦੱਸਿਆ ਗਿਆ, ਪਰ ਸਾਰੇ ਹੈ ਇੱਕ ਹੀ ਹੈ ਜੀ। ਬਿਲਕੁਲ ਸਾਰੇ ਇੱਕੋ ਹੀ ਤੇ ਹੈ, ਮਾਲਕ ਜਦੋਂ ਆਪਾਂ ਪਰਮਾਤਮਾ ਹੀ ਮੱਥਾ ਹੈ। ਵੀ ਟੇਕਦੇ ਆ ਗੁਰੂ ਗ੍ਰੰਥ ਸਾਹਿਬ ਨੂੰ, ਆਪਾਂ ਗ੍ਰੰਥ ਸਾਹਿਬ ਨੂੰ ਤਾਂ ਨਹੀਂ, ਆਪਾਂ ਅਕਾਲ ਪੁਰਖ ਵਾਹਿਗੁਰੂ ਨੂੰ ਮੱਥਾ ਟੇਕਦੇ ਆ ਬੇਸਿਕਲੀ, ਰਾਈਟ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂਜੀ ਉਹਨਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ। ਹਾਂ ਹਾਂਜੀ ਹਾਂਜੀ, ਬੇਸਿਕਲੀ ਆਪਾਂ ਅਕਾਲ ਪੁਰਖ ਨੂੰ ਆਪਾਂ ਡਿਸਟਿੰਕਸ਼ਨ ਥੋੜੋ ਕਰਦੇ ਆਂ ਵੀ ਹੁਣ ਮੈਂ ਬਿਲਕੁਲ ਅਸੀਂ ਤਾਂ ਨਿਰਾਕਾਰ ਦੇ ਪੁਜਾਰੀ ਹਾਂ, ਬਿਲਕੁਲ ਨਿਰਾਕਾਰ ਦੇ। ਹਾਂ ਕਹਿਣ ਦਾ ਮਤਲਬ ਇਹ ਹੈ ਜੀ ਵੀ ਆਪਾਂ ਇਹ ਥੋੜੋ ਕਹਿੰਦੇ ਆ ਵੀ ਹੁਣ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ, ਅੱਜ ਮੈਂ ਗੁਰੂ ਨੂੰ ਟੇਕ ਰਿਹਾ, ਅੱਜ ਮੈਂ ਸਤਿਗੁਰੂ ਨੂੰ ਟੇਕ ਰਿਹਾ, ਪਰ ਆਪਾਂ ਮੱਥਾ ਤਾਂ ਹਮੇਸ਼ਾ ਅਕਾਲ ਪੁਰਖ ਨੂੰ ਹੀ ਟੇਕਦੇ ਆ, ਆਪਾਂ ਕੋਈ ਡਿਸਟਿੰਕਸ਼ਨ ਨਹੀਂ ਕਰਦੇ ਹਾਂਜੀ। ਪਰ ਬਾਣੀ ਦੇ ਵਿੱਚ ਜ਼ਰੂਰ ਸਮਝਾਉਣ ਦੀ ਖਾਤਰ ਆ ਹੁਣੇ ਹੀ ਆ ਰਿਹਾ ਗੁਰ ਮਿਲ ਸੱਚ ਚਾਰ ਵੀ ਗੁਰੂ ਨੂੰ ਮਿਲ ਕੇ ਹੈ ਜੀ, ਪਰ ਇਹ ਸਿਰਫ ਸਮਝਾਉਣ ਦੀ ਖਾਤਰ ਹੀ ਦੱਸਿਆ ਗਿਆ ਵੀ ਗੁਰੂ ਸੈਪਰੇਟ ਐਂਟੀਟੀ ਹੈਗੀ ਆ, ਗਿਆਨ ਸੈਪਰੇਟ ਆ। ਵਾਹਿਗੁਰੂ ਜੀ, ਇੱਕ ਸੈਕਿੰਡ ਵੀਰ ਜੀ, ਇੱਕ ਸੈਕਿੰਡ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਆ ਨਾ, ਜਿਸ ਤਰ੍ਹਾਂ ਆਪਾਂ ਅਕਾਲ ਪੁਰਖ ਨੂੰ ਹੀ ਮੱਥਾ ਟੇਕ ਰਹੇ ਆ, ਇੱਥੋਂ ਤੱਕ ਕਿ ਜਿਹੜਾ ਆਪਾਂ ਕਿਸੇ ਵੀ ਪ੍ਰਾਣੀ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਜਾਂ ਫਤਿਹ ਬੁਲਾਉਂਦੇ ਆ, ਉਹ ਵੀ ਉਹਦੇ ਹਾਂਜੀ ਹਾਂਜੀ ਹਾਂਜੀ, ਉਹ ਤਾਂ ਜੀ ਫਿਰ ਅਗਲੀ ਸਟੇਜ ਆ ਨਾ, ਹਜੇ ਤਾਂ ਆਪਾਂ ਉੱਥੇ ਤੱਕ ਪਹੁੰਚੇ ਨਹੀਂ ਨਾ, ਜਦੋਂ ਪਹੁੰਚ ਜਾਗੇ ਹਜੇ ਤਾਂ ਇਹ ਗੱਲ ਹੀ ਹੈਗੀ। ਹਾਂਜੀ, ਇਹ ਤਾਂ ਜੀ ਬਾਅਦ ਦੀ ਸਟੇਜ ਆ ਨਾ, ਪਹਿਲਾਂ ਨਹੀਂ ਨਾ। ਆਪਾਂ ਤਾਂ ਇੱਕ ਦੂਜੇ ਦੀ ਨਿੰਦਾ ਕਰੀ ਜਾਂਦੇ, ਆਪਾਂ ਤਾਂ ਇੱਕ ਦੂਜੇ ਦੀ ਵਿਰੋਧਤਾ ਕਰੀ ਜਾਂਦੇ। ਸਤਿਕਾਰ ਕਰਨਾ ਇੱਥੋਂ ਤਾਂ ਧਰਮ ਸ਼ੁਰੂ ਹੋ ਜਾਣਾ ਜੀ। ਨਹੀਂ ਜੀ, ਮੇਰਾ ਕਹਿਣ ਦਾ ਮਤਲਬ ਆ ਉੱਥੇ ਜਦੋਂ ਆਪਾਂ ਕਹਿੰਦੇ ਆ ਨਾ ਧਰਮ ਖੰਡ ਜਿੱਥੋਂ ਸ਼ੁਰੂ ਹੁੰਦਾ, ਉਹ ਇਹ ਚੀਜ਼ ਹੀ ਹੈ ਜੀ। ਚਲੋ ਸਟੇਜਾਂ ਨੇ ਵੀਰ ਜੀ, ਹੈ ਨਾ ਵੀ। ਚਲੋ ਠੀਕ ਆ, ਇਹ ਲੰਬੀ ਡਿਸਕਸ਼ਨ ਹੋ ਗਈ, ਪਰ ਮੇਰਾ ਖਿਆਲ ਮੈਂ ਸਮਝ ਗਿਆ ਜੀ ਗੱਲ ਕੀ ਹੋ ਰਹੀ ਹੈ। ਅਕਾਲ ਪੁਰਖ ਵਾਹਿਗੁਰੂ ਨੂੰ ਹੀ ਆਪਾਂ ਮੱਥਾ ਟੇਕਦੇ ਆ ਐਟ ਦਾ ਐਂਡ ਆਫ ਦਾ ਡੇ। ਹਾਂਜੀ, ਇੱਕ ਜਿਹੜੀ ਮਾੜੀ ਜੀ ਇੱਕ ਬੇਨਤੀ ਮੇਰੀ ਵੀ ਪ੍ਰਵਾਨ ਕਰ ਲੈਣਾ ਜੀ, ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ, ਇਹਨਾਂ ਦੇ ਵਿੱਚ ਉਹ ਅਕਾਲ ਪੁਰਖ ਦੀ ਲਾਈਵ ਵਾਇਸ ਹੈਗੀ ਆ। ਲਾਈਵ ਵਾਇਸ ਜਿਹੜਾ ਹੈਗਾ ਇਹਨਾਂ ਦੇ ਅਕਾਲ ਪੁਰਖ ਦੀ ਮੂੰਹ ਤੋਂ ਜੋ ਬਚਨ ਹੈਗੇ, ਸਿੱਧੇ ਬਚਨ ਹੈਗੇ, ਬਸ ਇੰਨੀ ਗੱਲ ਯਾਦ ਰੱਖ ਲੈਣਾ ਬਸ। ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ, ਤਾਂ ਤੁਰਕੀ ਬਾਣੀ ਹੈ ਨਾ ਜੀ। ਹਾਂ ਬਸ ਇਹੀ ਗੱਲ ਹੈ।